ਵਾਹਿਗੁਰੂ ਸਾਹਿਬ ਜੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣਾ। ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਛਾਏ ਜਾਤੀ ਏਕਤਾ, ਅਨੇਕਤਾ ਬੁਲਾਏ ਜਾਤੀ। ਹੋਵਤੀ ਕੁਚੀਲਤਾ, ਕਿਤਾਬਨ ਕੁਰਾਨ ਕੀ। ਪਾਪ ਹੀ ਪਰਪੱਕ ਜਾਤੇ, ਧਰਮ ਧਸਕ ਜਾਤੇ। ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵ ਦੇ ਹੋਰੇ, ਸੰਤੋਖ ਸਿੰਘ ਦੂਰ ਹੋਤੇ। ਰੀਤ ਮਿਟ ਜਾਤੀ, ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ। ਮੂਰਤ ਨ ਹੋਤੀ, ਜੋ ਪੈ ਕਰੁਣਾ ਨਿਧਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ। ਮੂਰਤ ਨ ਹੋਤੀ, ਜੋ ਪੈ ਕਰੁਣਾ ਨਿਧਾਨ ਕੀ। ਸੁਕਾਓ ਟਲ ਗੁਰ ਸੇਵੀ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ, ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਤੀਜਾ, ਵਾਰ ਸਤ ਘਰ ਦਸਵਾਂ। ਸੋਮਵਾਰ ਸੱਚ ਰਹਾ ਸਮਾਏ, ਤਾਂ ਕੀ ਕੀਮਤ ਕਹੀ ਨਾ ਜਾਏ। ਆਖ ਆਖ ਰਹਿ ਸਭ ਲਿਵ ਲਾਏ, ਜਿਸ ਦੇਵੈ ਤਿਸ ਪੱਲਾ ਪਾਏ। ਅਗਮ ਗੋਚਰ ਲਖਿਆ ਨਾ ਜਾਏ, ਗੁਰ ਕੇ ਸ਼ਬਦ ਰਹਾ ਸਮਾਏ। ਸੋਮਵਾਰ ਸੱਚ ਰਹਿਆ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਤ ਸੰਗਤ ਦੇ
ਅੰਮ੍ਰਿਤ ਵੇਲੇ ਦਾ ਇਹ ਸਾਨੂੰ ਸਮਾਂ, ਇਹ ਘੜੀਆਂ, ਇਹ ਮਨੁੱਖਾ ਜਨਮ ਦਾ ਜੋ ਲਾਹਾ ਪ੍ਰਾਪਤ ਕਰਨ ਵਾਸਤੇ ਦਾਤਾ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਵਡਭਾਗੀ ਬਣੇ ਹਾਂ, ਵੱਡਿਆਂ ਭਾਗਾਂ ਦੇ ਸਹਿਤ ਹੋ ਕੇ ਸਤਿਗੁਰਾਂ ਦੀ ਗੁਰਬਾਣੀ ਸਰਵਣ ਕਰ ਰਹੇ ਹਾਂ, ਸਤਿਗੁਰਾਂ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਗੁਰਮੁਖੋ, ਇਹ ਜੋ ਦਿਨ ਚੱਲਦੇ ਪਏ, ਇਹ ਮਹਾਨ ਗੁਰਸਿੱਖਾਂ ਦੀ ਸ਼ਹੀਦੀ ਦੇ ਦਿਹਾੜੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਅਨੰਦਪੁਰ ਸਾਹਿਬ ਛੱਡ ਦੇਣਾ, ਸਰਸਾ ਦਾ ਜੰਗ ਹੋ ਜਾਣਾ, ਚਮਕੌਰ ਦੇ ਜੰਗ ਹੋਣੇ, ਫਤਿਹਗੜ੍ਹ ਸਾਹਿਬ ਦਾ ਸਾਕਾ ਵਾਪਰ ਜਾਣਾ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚਣਾ, ਇਹ ਸਾਰੇ ਇਤਿਹਾਸਕ ਦਿਨ ਸਾਨੂੰ ਪ੍ਰਾਪਤ ਹੋ ਰਹੇ, ਜਿੱਥੇ ਆਪਾਂ ਗੁਰਬਾਣੀ ਦੀ ਕਥਾ ਵਿਚਾਰ ਹੁਣ ਸਰਵਣ ਕਰਿਆ ਕਰਾਂਗੇ। ਉੱਥੇ ਨਾਲ ਨਾਲ ਜਿਵੇਂ ਜਿਵੇਂ ਮਹਾਰਾਜ ਦੇ ਇਤਿਹਾਸਕ ਦਿਹਾੜੇ ਆਉਣਗੇ, ਉਹ ਵੀ ਨਾਲ ਥੋੜ੍ਹੀ ਥੋੜ੍ਹੀ ਵਿਚਾਰ ਆਪਾਂ ਹਰ ਰੋਜ਼ ਸਰਵਣ ਕਰਾਂਗੇ। ਸੋ ਸਤਿਗੁਰੂ ਕਿਰਪਾ ਕਰ ਰਹੇ ਨੇ, ਗੁਰਬਾਣੀ ਦਾ ਜੋ ਫਰਮਾਨ ਆ ਰਿਹਾ ਹੈ, ਪਹਿਲਾਂ ਆਪਾਂ ਉਸ ਦੀ ਵਿਚਾਰ ਸਰਵਣ ਕਰੀਏ। ਉਸ ਤੋਂ ਉਪਰੰਤ ਫਿਰ ਮਹਾਰਾਜ ਸਾਹਿਬ ਜੀਆਂ ਦੇ ਦਿਹਾੜਿਆਂ ਦੀ ਵਿਚਾਰ ਵੀ ਨਾਲ ਨਾਲ ਆਪਾਂ ਸਰਵਣ ਕਰਾਂਗੇ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਮਵਾਰ ਸੱਚ ਰਹਿਆ ਸਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆਂ ਦੇ ਕੋਲ ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਥਿੱਤਾ ਨਾਮ ਦੀ ਬਾਣੀ ਉਚਾਰ ਕੇ ਇਹ ਉਪਦੇਸ਼ ਦਿੱਤਾ ਹੈ ਕਿ ਥਿੱਤਾਂ ਦੇ ਵਿੱਚ ਕੀ ਕਰਮ ਕਰਨਾ ਹੈ। ਮਹਾਰਾਜ ਥਿੱਤਾਂ ਤੋਂ ਅੱਗੇ 7 ਵਾਰ ਆ ਜਾਂਦੇ। ਆਪ ਜੀ ਕਿਰਪਾ ਕਰਕੇ ਵਾਰਾਂ ਦਾ ਵੀ ਉਪਦੇਸ਼ ਬਖਸ਼ਿਸ਼ ਕਰੋ, ਕਿਉਂਕਿ ਕੁਝ ਲੋਕਾਂ ਦੇ ਮਨ ਵਿੱਚ ਭਰਮ ਹੈ ਕਿ ਇਸ ਵਾਰ ਨੂੰ ਇਹ ਕਰਨਾ ਚਾਹੀਦਾ, ਇਸ ਵਾਰ ਨੂੰ ਇਹ ਕਰਨਾ ਚਾਹੀਦਾ। ਪਰ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ ਵੀ ਇਹ ਕੀ ਕਰਨਾ ਚਾਹੀਦਾ ਇਹਨਾਂ ਵਾਰਾਂ ਦੇ ਦੁਆਰਾ। ਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬਚਨ ਸੁਣ ਕੇ ਬਾਣੀ ਉਚਾਰੀ ਹੈ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਐਤਵਾਰ ਦੀ ਵਿਚਾਰ ਸਰਵਣ ਕੀਤੀ ਸੀ ਵੀ ਐਤਵਾਰ ਦਾ ਦਿਹਾੜਾ ਕਿਉਂ ਬਣਿਆ ਹੈ ਔਰ ਇਹਦੇ ਵਿੱਚ ਕੀ ਕਰਨਾ ਚਾਹੀਦਾ। ਅੱਜ ਸਤਿਗੁਰੂ ਜੀ ਸੋਮਵਾਰ ਦਾ ਜੋ ਵਾਰ ਹੈ ਉਹਦੇ ਦੁਆਰਾ ਉਪਦੇਸ਼ ਬਖਸ਼ਦੇ ਹਨ। ਸੋਮਵਾਰ ਸੱਚ ਰਹਿਆ ਸਮਾਏ। ਗੁਰਮੁਖੋ, ਸੋਮ ਨਾਮ ਚੰਦਰਮਾ ਦਾ ਹੈ, ਸੋ ਸੋਮਵਾਰ ਨੂੰ ਚੰਦਰਮਾ ਦਾ ਦਿਨ ਮੰਨਿਆ ਜਾਂਦਾ ਹੈ। ਸੋਮਵਾਰ, ਸੋਮ ਨਾਮ ਚੰਦਰਮਾ ਦਾ, ਚੰਦਰਮਾ ਦਾ ਇਹ ਵਾਰ ਸੋਮਵਾਰ ਮੰਨਦੇ ਨੇ ਜਿਹੜੇ ਜੋਤਿਸ਼ ਵਿਦਿਆ ਵਾਲੇ ਗ੍ਰੰਥਕਾਰ ਨੇ। ਕਹਿੰਦੇ ਵੀ ਸੋਮਵਾਰ ਚੰਦਰਮਾ ਦਾ ਵਾਰ ਹੈ। ਸਤਿਗੁਰੂ ਕਹਿਣ ਲੱਗੇ ਭਾਈ ਸੋਮਵਾਰ ਇਹ ਬਚਨ ਕਰਦਾ ਹੈ ਸੱਚ ਰਹਿਆ ਸਮਾਏ। ਜੋ ਸੱਚ ਹੈ ਨਾ, ਅਕਾਲ ਪੁਰਖ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਜੋ ਪ੍ਰਮਾਤਮਾ ਹੈ ਉਹ ਸਾਰੇ ਥਾਵਾਂ 'ਤੇ ਸਮਾਇਆ ਹੋਇਆ। ਕੋਈ ਇਹੋ ਜਿਹੀ ਜਗ੍ਹਾ ਹੈ ਨਹੀਂ ਜਿੱਥੇ ਉਹ ਪਰਮਾਤਮਾ ਨਹੀਂ ਹੈ। ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਾਟ ਘਾਟ ਹਰ ਰੰਗ ਰੰਗਣਾ। ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ ਕਿ ਸੋਮਵਾਰ ਇਹ ਗੱਲ ਕਹਿੰਦਾ ਹੈ ਕਿ ਉਹ ਸੱਚ ਸਰੂਪ ਜੋ ਪਰਮਾਤਮਾ ਹੈ ਭਾਈ, ਉਹ ਸਾਰਿਆਂ ਥਾਵਾਂ 'ਤੇ ਸਮਾਇਆ ਹੋਇਆ ਹੈ। ਕੋਈ ਇਹੋ ਜਿਹੀ ਜਗ੍ਹਾ ਹੈ ਨਹੀਂ ਵੀ ਜਿੱਥੇ ਉਹ ਪਰਮਾਤਮਾ ਨਾ ਹੋਵੇ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਉਹ ਬੋਲੇ ਰੇ। ਇਹ ਗੁਰਬਾਣੀ ਦੇ ਸ਼ਬਦ ਹਨ ਸਤਿਗੁਰੂ ਜੀਆਂ ਦੇ ਕਿ ਸਾਰਿਆਂ ਘਟਾਂ ਵਿੱਚ, ਹਰੇਕ ਕਣ ਕਣ ਦੇ ਵਿੱਚ ਜਿਮੀ ਜਮਾਨ ਕੈ ਬਿਖੈ ਸਮਸਤ ਏਕ ਜੋਤ ਹੈ। ਇਹ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਨੇ ਤੇ ਸਾਰਿਆਂ ਮਹਾਂਪੁਰਖਾਂ ਨੇ, ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਇਹ ਬਚਨ ਕੀਤਾ ਹੈ ਕਿ ਪਰਮਾਤਮਾ ਸਾਰਿਆਂ ਥਾਵਾਂ 'ਤੇ ਵਿਆਪਕ ਹੈ। ਪਰ ਗੁਰਮੁਖੋ, ਇਹ ਬਚਨ ਉਹਨਾਂ ਨੇ ਕੀਤੇ ਨੇ ਜਿਨ੍ਹਾਂ ਨੇ ਉਸ ਨੂੰ ਵੇਖਿਆ ਹੈ ਜਰੇ ਜਰੇ ਦੇ ਵਿੱਚ। ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ, ਬਚਨ ਆਉਂਦਾ ਨਾ ਮਹਾਰਾਜ ਸਾਹਿਬ ਜੀਆਂ ਦਾ। ਸੋ ਭਗਤਾਂ ਨੇ ਇਹ ਬਚਨ ਕੀਤੇ, ਕਹਿਣ ਲੱਗੇ ਪਰਮਾਤਮਾ ਆਪ ਜੀ ਨੱਟ ਦੇ ਵਾਂਗ ਕਈ ਤਰ੍ਹਾਂ ਦੇ ਰੂਪ ਬਣਾਉਣ ਵਾਲੇ ਹੋ, ਪਰ ਅਸੀਂ ਤੁਹਾਨੂੰ ਲੱਭ ਲੈਂਦੇ ਹਾਂ, ਅਸੀਂ ਤੁਹਾਨੂੰ ਵੇਖ ਲੈਂਦੇ ਹਾਂ। ਸੋ ਸਾਨੂੰ ਤੁਸੀਂ ਐਸੀ ਸਮਰੱਥਾ ਬਖਸ਼ਿਸ਼ ਕੀਤੀ ਹੋਈ ਹੈ
ਮਹਾਰਾਜ ਕਹਿਣ ਲੱਗੇ ਸੋਮਵਾਰ ਇਹ ਗੱਲ ਕਹਿ ਰਿਹਾ ਹੈ ਸੱਚ ਰਹਿਆ ਸਮਾਏ। ਸਾਰਿਆਂ ਥਾਵਾਂ 'ਤੇ ਉਹ ਸੱਚ ਸਰੂਪ ਪਰਮਾਤਮਾ ਸਮਾਇਆ ਹੋਇਆ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੋਮਵਾਰ ਸੱਚ ਰਹਿਆ ਸਮਾਏ। ਗੁਰਮੁਖੋ ਸੋਮ ਦਾ ਦੂਜਾ ਅਰਥ ਵਿਦਵਾਨ ਕਰਦੇ ਨੇ ਪਿਆਰਾ। ਕਹਿਣ ਲੱਗੇ ਉਹ ਜੋ ਪਿਆਰਾ ਪਰਮਾਤਮਾ ਹੈ, ਜਾਂ ਕਹਿ ਲਈਏ ਉਹ ਪਿਆਰੇ ਬਚਨ ਸੁਣ ਧਿਆਨ ਦੇ ਨਾਲ ਕਿ ਹੇ ਪਿਆਰਿਆ ਜੋ ਉਹ ਪਿਆਰਾ ਪਰਮਾਤਮਾ ਹੈ। ਸਤਿਗੁਰਾਂ ਨੇ ਬਚਨ ਲਿਖਿਆ ਨਾ ਮਿੱਤਰ ਪਿਆਰੇ ਨੂੰ, ਉਹਨੂੰ ਪਿਆਰਾ ਮਿੱਤਰ ਅਕਾਲ ਪੁਰਖ ਨੂੰ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ। ਗੁਰਬਾਣੀ ਦੇ ਵਿੱਚ ਵੀ ਇਹ ਕਈ ਵਾਰ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਉਹ ਪਰਮਾਤਮਾ ਜਿਹੜਾ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋਮ ਨਾਮ ਗੁਰਮੁਖੋ ਹੈ ਪਿਆਰੇ ਦਾ, ਪਿਆਰ ਕਰਨ ਵਾਲਾ। ਸੋ ਸੋਮਵਾਰ ਤੋਂ ਭਾਵ ਲੈ ਲੈਣਾ ਹੈ ਕਿ ਉਹ ਜੋ ਪਿਆਰਾ ਪਰਮਾਤਮਾ ਹੈ, ਜੇ ਉਹਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ, ਗੁਰੂ ਕਿਆ ਸਿੱਖਾ, ਤੇ ਆਪਣੇ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਇਹਨਾਂ ਨੂੰ ਵਾਰ ਕਹੀਏ ਰੁਕ ਨਾ ਕਰ। ਜਿਹੜੇ ਮਨ ਦੇ ਵਿੱਚ ਸੰਕਲਪ ਵਿਕਲਪ ਪੈਦਾ ਹੁੰਦੇ ਨਾ, ਇਹਨਾਂ ਸੰਕਲਪਾਂ ਤੇ ਵਿਕਲਪਾਂ ਦੋਨਾਂ ਨੂੰ ਰੋਕ ਲਾ। ਕਿਉਂਕਿ ਸੰਕਲਪ ਜਿਹੜੇ ਨੇ ਅੱਗੇ ਫੁਰਨੇ ਪੈਦਾ ਕਰਦੇ ਤੇ ਫੁਰਨੇ ਅੱਗੇ ਜਨਮ ਪੈਦਾ ਕਰਦੇ। ਇਸ ਕਰਕੇ ਸੰਕਲਪ ਰੋਕਣਾ ਪਵੇਗਾ, ਇੱਛਾ ਨੂੰ ਰੋਕਣਾ ਪਵੇਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੇ ਇਹ ਇਤਿਹਾਸਕ ਦਿਹਾੜੇ ਚੱਲਦੇ ਪਏ ਨਾ। ਮਹਾਰਾਜ ਜੀਆਂ ਦੇ ਕੋਲ ਕੋਈ ਵਿਅਕਤੀ ਜਦੋਂ ਇਹ ਫਾਕੇ ਦੇ ਦਿਨ ਚੱਲਦੇ ਪਏ ਸਨ ਨਾ, ਵੀ ਸਾਰਾ ਅੰਨ ਭੰਡਾਰਾ ਖਤਮ ਹੋ ਗਿਆ, ਤੇ ਉਸ ਵੇਲੇ ਦੀ ਵਿਚਾਰ ਆਉਂਦੀ ਹੈ ਵੀ ਕੋਈ ਸਿੱਖ ਕੋਈ ਪ੍ਰੇਮੀ ਮਹਾਰਾਜ ਦੇ ਵਾਸਤੇ ਪਾਰਸ ਲੈ ਕੇ ਆਇਆ। ਕਹਿਣ ਲੱਗਾ ਸਤਿਗੁਰੂ ਇਹ ਪਾਰਸ ਲੈ ਕੇ ਆਇਆ ਹਾਂ, ਇਹਦੇ ਨਾਲ ਆਪਾਂ ਲੋਹੇ ਨੂੰ ਸੋਨਾ ਬਣਾ ਲਈਏ ਤੇ ਸੋਨਾ ਵੇਚ ਕੇ ਜਿੰਨਾ ਮਰਜ਼ੀ ਧਨ ਪਦਾਰਥ ਆਪਾਂ ਇਕੱਠਾ ਕਰ ਸਕਦੇ। ਜਦੋਂ ਮਹਾਰਾਜ ਸਾਹਿਬ ਜੀਆਂ ਨੂੰ ਪਾਰਸ ਦੀ ਬੱਟੀ ਜਾਂ ਪੱਥਰ ਫੜਾਇਆ ਤੇ ਮਹਾਰਾਜ ਨੇ ਚਲਾ ਕੇ ਉਸ ਨੂੰ ਪਾਣੀ ਵਿੱਚ ਸੁੱਟ ਦਿੱਤਾ। ਸਿੱਖ ਬੜਾ ਹੈਰਾਨ ਹੋਇਆ ਤੇ ਮਨ ਵਿੱਚ ਪਛਤਾਇਆ ਵੀ ਮੈਂ ਮਹਾਰਾਜ ਨੂੰ ਕਿਉਂ ਇਹ ਪਾਰਸ ਦੀ ਬੱਟੀ ਫੜਾਈ ਹੈ। ਸਤਿਗੁਰਾਂ ਨੇ ਤੇ ਉਸ ਨੂੰ ਵਰਤਿਆ ਨਹੀਂ ਔਰ ਮੇਰੇ ਕੰਮੋਂ ਵੀ ਉਹ ਜਾਂਦੀ ਰਹੀ ਹੈ। ਸਤਿਗੁਰੂ ਉਹਦੀ ਚਿੰਤਾ ਵੇਖ ਕੇ ਕਹਿਣ ਲੱਗੇ, ਕਹਿੰਦੇ ਗੁਰਮੁਖਾ ਇਹ ਸਾਡੇ ਜਿਹੜੇ ਹੱਥ ਨੇ ਪਾਰਸ ਤੋਂ ਘੱਟ ਨਹੀਂ, ਤੂੰ ਆਪਣੇ ਮਨ ਦਾ ਭਰਮ ਦੂਰ ਕਰ। ਪਰ ਮਨ ਵਿੱਚ ਫਿਰ ਵੀ ਉਹਦੇ ਇਹ ਉਦਾਸਪੁਣਾ ਹੈ, ਫਿਰ ਵੀ ਉਹਦੇ ਮਨ ਵਿੱਚ ਇਹ ਵਿਚਾਰ ਹੈ ਕਿ ਇਹ ਪਾਰਸ ਬੜਾ ਕੀਮਤੀ ਸੀ, ਸਤਿਗੁਰਾਂ ਨੇ ਸੁੱਟ ਦਿੱਤਾ। ਮਹਾਰਾਜ ਜੀਆਂ ਨੇ ਬਹਾਨੇ ਦੇ ਨਾਲ ਕਹਿਣ ਲੱਗੇ ਜਾਓ ਫਿਰ ਜਲ ਲੈ ਕੇ ਆਓ, ਅਸੀਂ ਹੱਥ ਉੱਚੇ ਕਰੀਏ। ਇਤਿਹਾਸਕਾਰ ਕਹਿੰਦੇ ਜਦੋਂ ਮਹਾਰਾਜ ਦੇ ਹੱਥਾਂ ਦੇ ਉੱਪਰ ਜਲ ਪਾਇਆ ਨਾ ਤੇ ਹੱਥ ਧੋ ਕੇ ਜਿਹੜਾ ਜਲ ਥੱਲੇ ਡਿੱਗਿਆ ਤੇ ਉਹ ਸੇਵਾਦਾਰ ਕੀ ਵੇਖਦਾ ਪਿਆ, ਜਿੱਥੇ ਜਿੱਥੇ ਉਹ ਜਲ ਡਿੱਗਿਆ ਉਹ ਧਰਤੀ ਸੋਨੇ ਦੀ ਹੋ ਗਈ। ਵੇਖ ਕੇ ਬੜਾ ਹੈਰਾਨ ਹੋਇਆ ਮਹਾਰਾਜ ਨੇ ਕੀ ਕੌਤਕ ਵਰਤਾਇਆ ਹੈ। ਪਰ ਮਨ ਵਿੱਚ ਫਿਰ ਉਹੀ ਭਰਮ ਬਣਿਆ ਹੋਇਆ ਕਿ ਸਤਿਗੁਰਾਂ ਦੇ ਕੋਲ ਤੇ ਕਮੀ ਕੋਈ ਨਹੀਂ ਹੈ। ਇਹਨਾਂ ਦੇ ਹੱਥੋਂ ਜਲ ਲੱਗ ਕੇ ਧਰਤੀ ਤੇ ਡੁੱਲਿਆ ਤੇ ਧਰਤੀ ਸੋਨੇ ਦੀ ਬਣ ਗਈ ਹੈ। ਜੋ ਮਹਾਰਾਜ ਦੇ ਬਚਨ ਸਨ ਵੀ ਸਿੱਖਾ ਸਾਡੇ ਤੇ ਜਿਹੜੇ ਹਸਤ ਨੇ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ। ਸਾਡੇ ਹੱਥ ਪਾਰਸ ਦੀ ਵੱਟੀ ਤੋਂ ਵੀ ਕਿਤੇ ਵੱਡੇ ਨੇ। ਪਾਰਸ ਤੇ ਕੇਵਲ ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਪਰ ਸਾਡੇ ਹਸਤ ਕਮਲ ਜਿਹਨੂੰ ਛੂਹ ਜਾਂਦੇ ਉਸ ਗੁਰਮੁਖ ਨੂੰ ਜਾਂ ਉਸ ਸਿੱਖ ਨੂੰ ਅਸੀਂ ਪਾਪਾਂ ਦੀ ਮੈਲ ਤੋਂ ਪਰੇ ਕਰਕੇ ਸੁੱਧ ਸੋਨੇ ਤੋਂ ਵੀ ਮਹਿੰਗਾ ਬਣਾ ਦਿੰਦੇ, ਉਹਨੂੰ ਪਾਰਸੀ ਬਣਾ ਦਿੰਦੇ ਹਾਂ। ਐਸੀ ਬਖਸ਼ਿਸ਼ ਮਹਾਰਾਜ ਕਰਨ ਵਾਲੇ। ਸਤਿਗੁਰਾਂ ਨੇ ਜਦੋਂ ਇਹ ਕੌਤਕ ਵਰਤਾਇਆ ਮਨ ਵਿੱਚ ਸੋਚਦਾ ਵੀ ਸਤਿਗੁਰਾਂ ਨੂੰ ਤੇ ਲੋੜ ਕੋਈ ਨਹੀਂ ਹੈ, ਪਰ ਚਲੋ ਜੇ ਮਹਾਰਾਜ ਨੂੰ ਲੋੜ ਨਹੀਂ ਸੀ ਤੇ ਮਹਾਰਾਜ ਛੱਡਦੇ ਨਾ, ਮੇਰੇ ਕੋਲ ਹੀ ਰਹਿਣ ਦਿੰਦੇ। ਸਤਿਗੁਰਾਂ ਨੇ ਇਸ ਦੇ ਮਨ ਦਾ ਫੁਰਨਾ ਵੇਖ ਕੇ ਕਹਿਣ ਲੱਗੇ ਜਾ ਭਾਈ ਜਿਸ ਜਲ ਦੇ ਵਿੱਚ ਸੁੱਟਿਆ ਨਾ ਜਾ ਕੇ ਉਹਦੇ ਵਿੱਚ ਨਿਗਾਹ ਮਾਰ, ਆਪਣੀ ਚੀਜ਼ ਪਛਾਣ ਕੇ ਲੈ ਲਾ। ਜਦੋਂ ਜਲ ਦੇ ਕੋਲ ਪਹੁੰਚਿਆ ਕੀ ਵੇਖਦਾ, ਸਾਰੇ ਜਲ ਦੇ ਵਿੱਚ ਪਾਰਸ ਹੀ ਪਾਰਸ ਪਏ ਹੋਏ। ਇਸ ਤਰ੍ਹਾਂ ਵੇਖ ਕੇ ਮਨ ਦਾ ਭਰਮ ਟੁੱਟਿਆ ਵੀ ਸਤਿਗੁਰੂ ਤੇ ਕੌਤਕ ਕਰਨ ਵਾਲੇ ਨੇ, ਆਪਣੀ ਮਰਜ਼ੀ ਦੇ ਮਾਲਕ ਨੇ, ਇਹਨਾਂ ਵਿੱਚ ਸਮਰੱਥਾ ਹੈ, ਜੋ ਚਾਹੁਣ ਇਹ ਕਰ ਸਕਦੇ। ਸੋ ਐਸੀਆਂ ਜਿਹੜੀਆਂ ਸਾਖੀਆਂ ਨੇ ਉਹ ਮਹਾਰਾਜ ਸਾਹਿਬ ਜੀ ਦੇ ਜੀਵਨ ਵਿੱਚ ਆਪਾਂ ਨੂੰ ਸਰਵਨ ਕਰਨ ਵਾਸਤੇ ਮਿਲਦੀਆਂ। ਸੋ ਇਹ ਬਚਨ ਕਦੇ ਨਹੀਂ ਮਨ ਦੇ ਵਿੱਚ ਲਿਆਉਣਾ ਕਿ ਮਹਾਰਾਜ ਜੇ ਘੇਰਾ ਪੈ ਗਿਆ ਤੇ ਅੰਨ ਭੰਡਾਰੇ ਮੁੱਕ ਗਏ ਤੇ ਸਤਿਗੁਰੂ ਸਮਰੱਥਾ ਨਹੀਂ ਸਨ ਰੱਖਦੇ ਸਭ ਕੁਝ ਕਰਨ ਦੀ। ਇਹ ਤੇ ਮਹਾਰਾਜ ਸਿੱਖਾਂ ਦੀ ਪਰਖ ਕਰਦੇ ਪਏ ਸਨ ਵੀ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਪਰਖਣਾ ਹੈ, ਇਹਨਾਂ ਨੂੰ ਪਰਖ ਦੇ ਵਿੱਚ ਪਾ ਕੇ ਇਹਨਾਂ ਦਾ ਇਮਤਿਹਾਨ ਲੈਣਾ ਹੈ। ਜਿੰਨੇ ਇਮਤਿਹਾਨ ਦੇ ਵਿੱਚ ਇਹ ਨੰਬਰ ਲੈ ਕੇ ਪਾਸ ਹੋਣਗੇ ਉਹੋ ਜਿਹੀਆਂ ਬਖਸ਼ਿਸ਼ਾਂ ਫਿਰ ਇਹਨਾਂ ਦੇ ਉੱਪਰ ਕਰਨੀਆਂ।
ਸੋ ਐਸਾ ਮਹਾਰਾਜ ਕੌਤਕ ਵਰਤਾਉਣ ਵਾਲੇ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਸੋਮਵਾਰ ਸੱਚ ਰਹਿਆ ਸਮਾਏ। ਸੋਮ ਨਾਮ ਪਿਆਰੇ ਦਾ ਪਿਆਰਿਆ, ਮਨ ਦੀਆਂ ਵਾਸ਼ਨਾਵਾਂ ਰੋਗ। ਵਾਸ਼ਨਾ ਨਹੀਂ ਰਹਿਣੀ ਚਾਹੀਦੀ, ਵਾਸ਼ਨਾ ਅੱਗੇ ਜਨਮ ਦਿੰਦੀ ਹੈ। ਇਸ ਕਰਕੇ ਵਾਸ਼ਨਾ ਤੋਂ ਰਹਿਤ ਹੋ ਕੇ ਸੱਚ ਦੀ ਪ੍ਰਾਪਤੀ ਕਰ, ਸੱਚ ਦੀ ਕਮਾਈ ਕਰ। ਇਹ ਉਪਦੇਸ਼ ਮਹਾਰਾਜ ਜੀਆਂ ਨੇ ਦਿੱਤਾ। ਐਸੀ ਮਹਾਰਾਜ ਦਾਤ ਬਖਸ਼ਿਸ਼ ਕਰਦੇ ਹਨ। ਇਸ ਕੀ ਕੀਮਤ ਕਹੀ ਨ ਜਾਏ। ਸਤਿਗੁਰੂ ਕਹਿਣ ਲੱਗੇ ਉਹ ਜੋ ਪਰਮਾਤਮਾ ਹੈ ਉਸ ਦੀ ਗੁਰਮੁਖੋ ਕੀਮਤ ਕੋਈ ਨਹੀਂ ਕਹਿ ਸਕਦਾ ਹੈ। ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ। ਬਚਨ ਪੜਿਆ ਆਪਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੱਡੇ ਵੱਡੇ ਵੇਦ ਪੜ੍ਹਨ ਵਾਲੇ, ਸ਼ਾਸਤਰ ਪੜ੍ਹਨ ਵਾਲੇ, ਸਿਮਰਤੀਆਂ ਪੜ੍ਹਨ ਵਾਲੇ, ਪੁਰਾਣ ਪੜ੍ਹਨ ਵਾਲੇ, ਕੁਰਾਨ ਪੜ੍ਹਨ ਵਾਲੇ, ਬੜੇ ਬੜੇ ਮੰਤਰਾਂ ਨੂੰ ਸਿੱਧ ਕਰਨ ਵਾਲੇ ਦੁਨੀਆ ਦੇ ਵਿੱਚ ਹੋਏ, ਪਰ ਪਰਮਾਤਮਾ ਦੀ ਕਿਸੇ ਨੇ ਕੀਮਤ ਨਹੀਂ ਪਾਈ ਹੈ। ਪਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ। ਕੋਈ ਇਹ ਨਹੀਂ ਸਕਿਆ, ਕਹਿ ਨਹੀਂ ਸਕਿਆ ਕਿ ਪਰਮਾਤਮਾ ਦੀ ਕੈਸੀ ਉਪਮਾ ਹੈ, ਉਹ ਪਰਮਾਤਮਾ ਕੈਸਾ ਸਮਰੱਥ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕੈਸੀ ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ। ਇਹ ਸੰਸਾਰ ਨੂੰ ਪੈਦਾ ਕਰਨ ਵਾਲੇ, ਸੰਸਾਰ ਨੂੰ ਪਾਲਣ ਵਾਲੇ, ਸੰਸਾਰ ਦੀ ਲੈਤਾ ਕਰਨ ਵਾਲੇ ਪਰਮਾਤਮਾ ਤੇਰੀ ਕੈਸੀ ਆਰਤੀ ਹੋ ਰਹੀ ਹੈ। ਸੋ ਇਹਨਾਂ ਤੂੰ ਸਰਬੱਗ ਹੈ, ਸਮਰੱਥ ਹੈ, ਤੇਰੀ ਆਰਤੀ ਦਾ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਸੋ ਐਸੇ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ। ਹੋਰ ਕੀਤੇ ਤੁਧਨੋਂ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਕਿੰਨੇ ਕੁ ਤੇਰੀ ਸਿਫਤ ਕਰਦੇ ਪਏ, ਕਿੰਨੇ ਕੁ ਤੇਰੀ ਵਡਿਆਈ ਕਰਦੇ ਪਏ, ਕਿੰਨੇ ਕੁ ਤੇਰਾ ਨਾਮ ਜਪਦੇ ਪਏ। ਮਹਾਰਾਜ ਕਹਿਣ ਲੱਗੇ ਉਹਨਾਂ ਦੀ ਗਿਣਤੀ ਸਾਡੇ ਚਿੱਤ ਖਿਆਲ ਵਿੱਚ ਆ ਨਹੀਂ ਰਹੀ ਹੈ। ਇੰਨੇ ਬੇਅੰਤੀ ਲੱਗੇ ਹੋਏ, ਪਰ ਇੰਨੇ ਬੇਅੰਤਾਂ ਦੇ ਲੱਗਣ ਦੇ ਨਾਲ ਵੀ ਤੇਰਾ ਅੰਤ ਨਹੀਂ ਕਿਸੇ ਨੇ ਪਾਇਆ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਕੋਈ ਅੰਤ ਨਹੀਂ ਪਾ ਸਕਿਆ ਹੈ। ਤਿਸ ਕੀ ਕੀਮਤ ਕਹੀ ਨਾ ਜਾਏ। ਪਰਮਾਤਮਾ ਦੀ ਕੋਈ ਕੀਮਤ, ਉਹਦੀ ਉਪਮਾ ਦਾ ਕੋਈ ਅੰਤ ਨਹੀਂ ਪਾ ਸਕਿਆ। ਭਾਵੇਂ ਬੜੇ ਬੜੇ ਸ਼ਾਸਤਰਕਾਰ, ਬੜੇ ਬੜੇ ਗ੍ਰੰਥਾਂ ਨੂੰ ਪੜ੍ਹਨ ਵਾਲੇ, ਵੇਦਾਂ ਸਿਮਰਤੀਆਂ ਸ਼ਾਸਤਰਾਂ ਨੂੰ, ਮੰਤਰਾਂ ਨੂੰ, ਜੋਤਿਸ਼ ਨੂੰ ਪੜ੍ਹਨ ਵਾਲੇ ਦੁਨੀਆ 'ਤੇ ਹੋਏ, ਪਰ ਪਰਮਾਤਮਾ ਤੇਰਾ ਕਿਸੇ ਤਰ੍ਹਾਂ ਵੀ ਕੋਈ ਅੰਤ ਨਹੀਂ ਹੈ। ਆਖ ਆਖ ਰਹਿ ਸਭ ਲਿਵ ਲਾਏ। ਬੜੇ ਬੜੇ ਲੋਕ ਆਖ ਆਖ ਕੇ ਚਲੇ ਗਏ। ਪਹਿਲਾਂ ਗੁਰੂ ਨੇ ਆਖਿਆ, ਬੜੀ ਵਡਿਆਈ ਕੀਤੀ, ਫਿਰ ਚੇਲੇ ਨੇ ਆਖਿਆ, ਬੜੀ ਉਪਮਾ ਕੀਤੀ ਹੈ। ਗੁਰੂ ਵੀ ਚਲਾ ਗਿਆ, ਚੇਲਾ ਵੀ ਚਲਾ ਗਿਆ, ਪਰ ਪਰਮਾਤਮਾ ਆਖਣ ਵਾਲੇ ਤੇ ਚਲੇ ਗਏ, ਪਰ ਤੇਰਾ ਅੰਤ ਨਾ ਗੁਰੂ ਨੇ ਪਾਇਆ ਨਾ ਚੇਲੇ ਨੇ ਪਾਇਆ ਹੈ। ਆਖ ਆਖ ਦੁਨੀਆ ਦੇ ਲੋਕ ਕਹਿ ਕਹਿ ਕੇ, ਜੈਸਾ ਮਿਲ ਕੇ ਆਖਣ ਪਾਹੇ। ਸਾਰੀ ਦੁਨੀਆ ਮਿਲ ਕੇ ਕਹਿਣ ਲੱਗ ਪਵੇ ਜਾਂ ਆਖਦੀ ਪਈ ਹੈ, ਸਾਰੀ ਦੁਨੀਆ ਦੇ ਲੋਕ ਹੀ ਕਹਿੰਦੇ ਪਏ, ਪਸ਼ੂ ਪੰਛੀ ਵੀ ਉਹਦੇ ਨਾਮ ਨੂੰ ਧਿਆਉਂਦੇ ਪਏ, ਗੁਪਤ ਤੇ ਪ੍ਰਗਟ ਪਤਾ ਨਹੀਂ ਕਿੰਨੇ ਕੁ ਨਾਮ ਜਪਦੇ ਰਹੇ। ਮਹਾਰਾਜ ਕਹਿਣ ਲੱਗੇ ਲਿਵ ਲਾ ਕੇ ਸਾਰੇ ਬੈਠੇ ਹੋਏ ਤੇਰੇ ਨਾਮ ਨੂੰ ਵਾਰ-ਵਾਰ ਆਖ ਰਹੇ ਹਨ, ਪਰ ਤੇਰਾ ਅੰਤ ਕੋਈ ਨਹੀਂ ਹੈ। ਫਿਰ ਬਖਸ਼ਿਸ਼ ਕਰਦੇ ਹਨ। ਆਖ ਆਖ ਰਹਿ ਸਭ ਲਿਵ ਲਾਏ। ਆਖ ਤੋਂ ਭਾਵ ਹੈ ਗੁਰਮੁਖੋ ਅਖਾਣਾਂ ਦੇ ਦੁਆਰਾ। ਲੋਕੀ ਅਖਾਣ ਪਾਉਂਦੇ ਨੇ, ਕਈ ਤਰ੍ਹਾਂ ਦੇ ਅਖਾਣ ਪਾ ਪਾ ਕੇ, ਦੋਹਰੇ ਬਣਾ ਬਣਾ ਕੇ, ਚੌਪੀਆਂ ਬਣਾ ਬਣਾ ਕੇ ਬੜੇ ਲੋਕ ਕਹਿਣ ਵਾਸਤੇ ਲੱਗੇ ਹੋਏ ਤੇਰੀ ਸਿਫਤ ਨੂੰ। ਸਾਰੇ ਕਹਿੰਦੇ ਪਏ ਆਪ ਜੀ ਦੇ ਵਿੱਚ ਲਿਵ ਲਗਾ ਲਗਾ ਕੇ, ਪਰ ਪਰਮਾਤਮਾ ਅੰਤ ਨਹੀਂ ਕਿਸੇ ਨੇ ਪਾਇਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਆਖ ਆਖ ਰਹਿ ਸਭ ਲਿਵ ਲਾਏ। ਗੁਰਮੁਖੋ ਆਖ ਨਾਮ ਮੂੰਹ ਦਾ ਹੈ ਕਿ ਮੂੰਹ ਦੇ ਵਿੱਚੋਂ ਆਖ ਕਹੀਏ ਕਹਿ ਕੇ, ਲਿਵ ਲਾ ਲਾ ਕੇ ਤੇਰੇ ਜਸ ਨੂੰ ਕਹਿੰਦੇ ਪਏ, ਪਰ ਕਹਿਣ ਵਾਲਿਆਂ ਨੂੰ ਆਪ ਜੀਆਂ ਨੇ ਆਪਣੇ ਵਿੱਚ ਅਭੇਦ ਕਰ ਲਿਆ ਹੈ। ਪਰ ਗੁਰਮੁਖੋ ਪਰਮਾਤਮਾ ਦੇ ਅੱਗੇ ਬੇਨਤੀ ਇਹ ਹੈ ਕਿ ਆਪ ਜੀ ਦਾ ਕਿਸੇ ਨੇ ਅੰਤ ਨਹੀਂ ਪਾਇਆ ਹੈ। ਜਿਸ ਦੇਵੈ ਤਿਸ ਪੱਲਾ ਪਾਏ। ਜਿਸ ਨੂੰ ਆਪ ਜੀ ਦਿੰਦੇ ਹੋ ਉਸ ਦੇ ਬੁੱਧੀ ਰੂਪੀ ਪੱਲੇ ਵਿੱਚ ਆਪ ਜੀ ਦੀ ਵਡਿਆਈ ਪੈਂਦੀ ਹੈ। ਕਿਉਂਕਿ ਗੁਰਮੁਖੋ ਉਹਦੀ ਕਿਰਪਾ ਬਿਨਾਂ ਤੇ ਨਾਮ ਵੀ ਨਹੀਂ ਨਾ ਜਪਿਆ ਜਾਂਦਾ, ਉਹਦੀ ਕਿਰਪਾ ਬਿਨਾਂ ਸੇਵਾ ਨਹੀਂ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਇਹ ਸੇਵਾ ਮੁਕਤੀ ਦੇਣ ਵਾਲੀ ਹੈ, ਇਹ ਸੇਵਾ ਕਹੀਏ ਪਦਾਰਥ ਦੇਣ ਵਾਲੀ ਹੈ, ਪਰ ਇਹ ਸੇਵਾ ਕਰਦਾ ਉਹ ਹੈ ਜਿਸ ਨੂੰ ਤੁਸੀਂ ਆਪ ਕਰਾਉਂਦੇ। ਤੁਹਾਡੀ ਕਿਰਪਾ ਬਿਨਾਂ ਇਹ ਸੇਵਾ ਕਰ ਕੋਈ ਨਹੀਂ ਸਕਦਾ ਹੈ।
ਇਹ ਗੁਰੂ ਕੇ ਸਿੱਖ ਮਹਾਰਾਜ ਸਾਹਿਬ ਜੀਆਂ ਦੇ ਜੰਗ ਯੁੱਧ ਲੜਨ ਵਾਲੇ, ਇਹ ਉਹਨਾਂ ਦੇ ਉੱਪਰ ਵੀ ਮਹਾਰਾਜ ਦਾ ਬਚਨ ਹੈ। ਸੇਵਾ ਕਰਨ ਵਾਲੇ ਉਹ ਨੇ ਜਿਨ੍ਹਾਂ ਦੇ ਕੋਲੋਂ ਆਪ ਜੀ ਕਰਵਾਉਂਦੇ ਹੋ। ਅਗਮ ਗੋਚਰ ਲਖਿਆ ਨਾ ਜਾਏ। ਉਹ ਪਰਮਾਤਮਾ ਅਗਮ ਹੈ, ਮਨ ਦੀ ਗਮਤਾ ਉਹਦੇ ਤੱਕ ਨਹੀਂ ਹੈ। ਸਾਡਾ ਮਨ ਭਾਵੇਂ ਕਿੰਨਾ ਵੀ ਤੇਜ਼ ਦੌੜਦਾ ਹੈ, ਕਿੰਨਾ ਵੀ ਤੇਜ਼ ਭੱਜਦਾ, ਅਸੀਂ ਇੱਥੇ ਬੈਠੇ ਹਾਂ, ਸਾਡੇ ਬੱਚੇ ਅਮਰੀਕਾ ਕੈਨੇਡਾ ਬੈਠੇ ਨੇ, ਅਸੀਂ ਇੱਕ ਛਿਣ ਦੇ ਵਿੱਚ ਧਿਆਨ ਆਪਣਾ ਉੱਥੇ ਲੈ ਜਾਵਾਂਗੇ ਵੀ ਇਸ ਵੇਲੇ ਬੱਚਾ ਸਾਡਾ ਇਹ ਕੁਝ ਕਰਦਾ ਹੋਵੇਗਾ। ਕਿੰਨਾ ਮਨ ਦੌੜਿਆ, ਇੱਕ ਛਿਣ ਵਿੱਚ ਹੀ ਪਹੁੰਚ ਗਿਆ, ਇੱਕ ਸਕਿੰਟ ਵਿੱਚ ਹੀ ਉੱਥੇ ਪਹੁੰਚ ਗਿਆ। ਪਰ ਇੰਨਾ ਤੇਜ਼ ਭੱਜਣ ਵਾਲਾ ਮਨ ਪਰਮਾਤਮਾ ਤੱਕ ਫਿਰ ਨਹੀਂ ਪਹੁੰਚ ਸਕਿਆ। ਤਾਂ ਆਖਿਆ ਪਰਮਾਤਮਾ ਅਗਮ ਹੈ, ਮਨ ਦੀ ਗਮਤਾ ਤੋਂ ਪਰੇ, ਮਨ ਦੀ ਪਹੁੰਚ ਨਹੀਂ ਹੈ। ਅਗੋਚਰ ਕਹਿੰਦੇ ਵੀ ਇੰਦਰੀਆਂ ਤੋਂ ਅਵਿਸ਼ੇ ਹੈ, ਹੱਥਾਂ ਨਾਲੋਂ ਫੜਿਆ ਨਹੀਂ ਜਾ ਸਕਦਾ ਹੈ। ਇਸੇ ਤਰ੍ਹਾਂ ਉਹ ਕਿਸੇ ਪਕੜ ਵਿੱਚ ਨਹੀਂ ਆਉਂਦਾ ਹੈ। ਅੱਖਾਂ ਉਸ ਦਾ ਅੰਤ ਨਹੀਂ ਪਾ ਸਕਦੀਆਂ, ਕੰਨ ਉਸ ਦਾ ਅੰਤ ਨਹੀਂ ਪਾ ਸਕਦੇ, ਜ਼ੁਬਾਨ ਉਸ ਦਾ ਅੰਤ ਨਹੀਂ ਪਾ ਸਕਦੀ ਹੈ। ਤਾਂ ਉਸ ਨੂੰ ਅਗੋਚਰ ਆਖਿਆ ਹੈ। ਉਹ ਵੱਡਾ ਹੈ, ਲਖਿਆ ਨਾ ਜਾਏ। ਆਪਣੇ ਆਪ ਤੋਂ ਉਸ ਪਰਮਾਤਮਾ ਨੂੰ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ ਹੈ। ਗੁਰ ਕਾ ਸ਼ਬਦ ਹਰ ਰਹਾ ਸਮਾਏ। ਪਰ ਜਦੋਂ ਗੁਰੂ ਦਾ ਸ਼ਬਦ ਪ੍ਰਾਪਤ ਕਰਾਂਗੇ ਨਾ, ਉਪਦੇਸ਼, ਉਦੋਂ ਇਹ ਸਮਝ ਪੈ ਜਾਵੇਗੀ ਕਿ ਉਹ ਪਰਮਾਤਮਾ ਸਾਰਿਆਂ ਥਾਵਾਂ 'ਤੇ ਸਮਾਇਆ ਹੋਇਆ। ਕਦੋਂ ਪਤਾ ਲੱਗੇਗਾ? ਜਦੋਂ ਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਉਹਦੀ ਕਮਾਈ ਕਰਾਂਗੇ, ਫਿਰ ਇਹ ਸੋਝੀ ਪਵੇਗੀ ਵੀ ਉਹ ਸਾਰਿਆਂ ਥਾਵਾਂ 'ਤੇ ਸਮਾਇਆ। ਹੁਣ ਕੇਵਲ ਆਪਾਂ ਕਹਿਣ ਤੱਕ ਹੀ ਸੀਮਤ ਹਾਂ ਵੀ ਪਰਮਾਤਮਾ ਸਾਰੇ ਥਾਵਾਂ 'ਤੇ ਹੈ, ਪਰ ਸਾਨੂੰ ਸਾਰਿਆਂ ਥਾਵਾਂ 'ਤੇ ਦਿਸਦਾ ਨਹੀਂ ਹੈ। ਦਿਸਿਆ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਹੈ। ਜੇ ਗੁਰਮੁਖੋ ਸਾਨੂੰ ਨਹੀਂ ਦਿਸਿਆ, ਇਹਦਾ ਭਾਵ ਇਹ ਹੈ ਵੀ ਅਸੀਂ ਕਮਾਈ ਨਹੀਂ ਅਜੇ ਕਰ ਸਕੇ ਹਾਂ। ਜਦੋਂ ਕਮਾਈ ਕਰਾਂਗੇ ਉਦੋਂ ਉਸ ਦੀ ਪ੍ਰਾਪਤੀ ਹੁੰਦੀ ਹੈ। ਮੰਗਲ ਮਾਇਆ ਮੋਹ ਉਪਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਮੰਗਲਵਾਰ ਦਾ ਜਿਹੜਾ ਦਿਨ ਹੈ, ਇਹਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ। ਗ੍ਰੰਥਕਾਰ ਕਹਿੰਦੇ ਨੇ ਜੋ ਮੰਗਲ ਹੈ ਇਹ ਪ੍ਰਿਥਵੀ ਦਾ ਪੁੱਤਰ ਹੈ। ਜੋ ਧਰਤੀ ਹੈ ਨਾ, ਧਰਤੀ ਦਾ ਪੁੱਤਰ, ਪ੍ਰਿਥਵੀ ਦਾ ਪੁੱਤਰ ਮੰਗਲ ਨੂੰ ਮੰਨਿਆ ਹੈ। ਸਤਿਗੁਰੂ ਜੀ ਉਸ ਮੰਗਲ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ। ਗ੍ਰੰਥਕਾਰਾਂ ਨੇ ਉਸ ਮੁਤਾਬਕ ਨਾਮ ਰੱਖ ਦਿੱਤੇ। ਜੇ ਆਪਾਂ ਅੰਗਰੇਜ਼ੀ ਭਾਸ਼ਾ ਦੀ ਗੱਲ ਕਰਾਂਗੇ, ਇਹਨਾਂ ਵਾਰਾਂ ਨੂੰ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਆਪਣੇ ਮੁਤਾਬਕ ਉਹਨਾਂ ਨੇ ਲਿਖਿਆ ਹੈ, ਜਿਵੇਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਕਥਨ ਵਿਖਿਆਨ ਹੈ। ਜੇ ਹਿੰਦੁਸਤਾਨ ਦੀ ਸੰਸਕ੍ਰਿਤੀ ਦੀ ਗੱਲ ਕਰਾਂਗੇ, ਇਹਦੇ ਵਿੱਚ ਬਚਨ ਆ ਗਿਆ ਵੀ ਜਿਹੜਾ ਮੰਗਲ ਹੈ ਉਹ ਪ੍ਰਿਥਵੀ ਦਾ ਪੁੱਤਰ ਹੈ। ਸਤਿਗੁਰੂ ਇਹਦੇ ਦੁਆਰਾ ਉਪਦੇਸ਼ ਬਖਸ਼ਦੇ ਹਨ। ਮੰਗਲ ਮਾਇਆ ਮੋਹ ਉਪਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੰਗਲਵਾਰ ਇਹ ਗੱਲ ਕਹਿੰਦਾ ਹੈ ਕਿ ਪਰਮਾਤਮਾ ਨੇ ਸਾਰੇ ਜੀਵਾਂ ਦੇ ਵਿੱਚ ਮਾਇਆ ਦਾ ਮੋਹ ਪਾਇਆ ਹੋਇਆ। ਮੰਗਲਵਾਰ ਦਾ ਇਹ ਉਪਦੇਸ਼ ਹੈ ਕਿ ਜਿੰਨੇ ਵੀ ਜੀਵ ਨੇ ਸਾਰਿਆਂ ਨੂੰ ਮਾਇਆ ਚਿੰਬੜੀ ਹੋਈ ਹੈ। ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ। ਕਹਿਣ ਲੱਗੇ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਕਬੀਰ ਸਾਹਿਬ ਜੀ ਕਹਿਣ ਲੱਗੇ, ਜਿਹਨੂੰ ਪੇਟ ਲੱਗਾ ਹੈ, ਜਿਹਨੂੰ ਢਿੱਡ ਲੱਗਾ ਹੈ, ਉਹ ਮਤਾਂ ਆਖੇ ਵੀ ਮੈਂ ਮਾਇਆ ਤੋਂ ਬਚਿਆ। ਤੇ ਢਿੱਡ ਕੱਲਾ ਇਨਸਾਨ ਨੂੰ ਨਹੀਂ ਲੱਗਾ, ਪੇਟ ਕੱਲਾ ਸਾਨੂੰ ਨਹੀਂ ਲੱਗਾ ਹੈ, ਪੇਟ ਤੇ ਪਸ਼ੂਆਂ ਨੂੰ ਵੀ ਲੱਗਾ, ਪੇਟ ਤੇ ਪੰਛੀਆਂ ਨੂੰ ਵੀ ਲੱਗਾ ਹੋਇਆ ਹੈ। ਮਹਾਰਾਜ ਜੀਆਂ ਦਾ ਬਚਨ ਹੈ ਨਾ, ਕਹਿਣ ਲੱਗੇ, ਕਾਮ ਮਾਇਆ ਕੁੰਚਰ ਕੋ ਵਿਆਪੈ। ਹੁਣ ਕੁੰਚਰ ਨਾਮ ਹਾਥੀ ਦਾ, ਹਾਥੀ ਨੂੰ ਵੀ ਪੇਟ ਲੱਗਾ ਤੇ ਹਾਥੀ ਨੂੰ ਮਾਇਆ ਲੱਗੀ ਹੈ। ਮਹਾਰਾਜ ਕਾਹਦੀ ਮਾਇਆ ਲੱਗੀ? ਉਹਨੂੰ ਕਿਹੜਾ ਰੁਪਈਆਂ ਦੀ ਲੋੜ ਹੈ? ਸਤਿਗੁਰੂ ਕਹਿਣ ਲੱਗੇ, ਨਹੀਂ ਭਾਈ, ਮਾਇਆ ਇਕੱਲੇ ਰੁਪਈਏ ਨਹੀਂ ਹਨ। ਮਾਇਆ ਉਹ ਚੀਜ਼ ਹੈ ਜਿਸ ਨੂੰ ਵੇਖ ਕੇ ਰੱਬ ਭੁੱਲ ਜਾਏ। ਹਾਥੀ ਨੂੰ ਮਾਇਆ ਕੀ ਲੱਗੀ ਹੈ? ਕਾਮ ਮਾਇਆ, ਕਾਮ ਦੀ ਵਾਸ਼ਨਾ। ਹਾਥੀ ਕਾਮ ਦੇ ਵਿੱਚ ਅੰਨਾ ਹੈ। ਸਾਰੇ ਜੀਵਾਂ ਦੇ ਵਿੱਚੋਂ ਹਾਥੀ ਨੂੰ ਬਹੁਤਾ ਕਾਮੀ ਮੰਨਿਆ ਹੈ। ਮਹਾਰਾਜ ਕਹਿਣ ਲੱਗੇ, ਹਾਥੀ ਨੂੰ ਵੀ ਪੇਟ ਲੱਗਾ ਹੈ। ਕਹੋ ਕਬੀਰ ਤਿਸ ਜਿਸ ਉਦਰ ਤਿਸ ਮਾਇਆ, ਤੇ ਕਾਮ ਮਾਇਆ ਕੁੰਚਰ ਕੋ ਵਿਆਪੈ। ਭੁਯੰਗਮ ਭ੍ਰਿੰਗ ਮਾਇਆ ਮਹਿ ਖਾਪੇ। ਭੁਯੰਗਮ ਨਾਮ ਗੁਰਮੁਖੋ ਸੱਪ ਦਾ ਹੈ ਅਤੇ ਭ੍ਰਿੰਗ ਨਾਮ ਭੌਰੇ ਦਾ ਹੈ। ਹੁਣ ਭੌਰੇ ਨੂੰ ਮਾਇਆ ਕੀ ਲੱਗੀ ਹੈ? ਪੇਟ ਤੇ ਭੌਰੇ ਨੂੰ ਵੀ ਲੱਗਾ, ਪਰ ਭੌਰੇ ਨੂੰ ਮਾਇਆ ਲੱਗੀ ਹੈ ਆਪਣੇ ਨੱਕ ਦੇ ਦੁਆਰਾ ਕਮਲ ਫੁੱਲ ਦੀ ਸੁਗੰਧੀ ਲੈਣ ਦੀ। ਉਸ ਨੂੰ ਮਾਇਆ ਚਿੰਬੜੀ ਹੋਈ ਹੈ। ਭੌਰਾ ਕਿਤੇ ਵੀ ਹੋਵੇ, ਇੰਨੀ ਦੂਰੋਂ ਉੱਡ ਕੇ ਆਉਂਦਾ, ਕਮਲ ਦੇ ਫੁੱਲ ਨੂੰ ਲੱਭਦਾ, ਉਹਦੇ ਉੱਪਰ ਬੈਠਦਾ, ਉਹਦੇ ਮਕਰੰਦ ਰਸ ਦੀ ਸੁਗੰਧੀ ਲੈਂਦਾ ਹੈ। ਸੋ ਇਹ ਜਿਹੜੀ ਮਾਇਆ ਹੈ ਉਹ ਕਹਿ ਲੱਗੇ ਭੌਰੇ ਨੂੰ ਵਿਆਪੀ ਆ। ਭੁਯੰਗਮ ਭ੍ਰਿੰਗ ਮਾਇਆ ਮਹਿ ਖਾਪੇ। ਮਾਇਆ ਐਸੀ
ਮੋਹਣੀ ਭਾਈ ਜੇਤੇ ਜੀ ਤੇਤੇ ਡਹਿਕਾਏ। ਜਿੰਨੇ ਵੀ ਜੀ ਪੈਦਾ ਕੀਤੇ ਸਾਰਿਆਂ ਨੂੰ ਆਪਣੇ ਮਗਰ ਲਾ ਕੇ ਰੱਬ ਵੱਲੋਂ ਭੁਲਾ ਕੇ ਡਰਾਈ ਫਿਰਦੀ ਹੈ। ਐਸੀ ਇਹ ਮਾਇਆ ਹੈ। ਸਤਿਗੁਰੂ ਪਾਤਸ਼ਾਹ ਇੱਥੇ ਬਚਨ ਕਰਦੇ, ਕਹਿਣ ਲੱਗੇ ਮੰਗਲ ਮਾਇਆ ਮੋਹ ਪਾਇਆ। ਮੰਗਲਵਾਰ ਇਹ ਗੱਲ ਕਹਿੰਦਾ ਹੈ ਕਿ ਪ੍ਰਮਾਤਮਾ ਨੇ ਮਾਇਆ ਦਾ ਮੋਹ ਸਾਰਿਆਂ ਜੀਵਾਂ ਦੇ ਵਿੱਚ ਪੈਦਾ ਕੀਤਾ ਹੈ। ਭਾਵੇਂ ਉਹ ਪਸ਼ੂ ਨੇ, ਭਾਵੇਂ ਪੰਛੀ ਨੇ, ਭਾਵੇਂ ਮਨੁੱਖ ਨੇ, ਸਾਰਿਆਂ ਦੇ ਵਿੱਚ ਹੀ ਇਹ ਮੋਹ ਹੈ। ਇਸ ਤਰ੍ਹਾਂ ਦਾ ਉਪਦੇਸ਼ ਮਹਾਰਾਜ ਫਰਮਾਉਂਦੇ, ਫਿਰ ਬਖਸ਼ਿਸ਼ ਕਰਦੇ ਹਨ। ਮੰਗਲ ਮਾਇਆ ਮੋਹ ਉਪਾਇਆ। ਮੰਗਲ ਨਾਮ ਖੁਸ਼ੀਆਂ ਦਾ ਹੈ। ਮਹਾਰਾਜ ਕਹਿਣ ਲੱਗੇ ਜਦੋਂ ਮਨੁੱਖ ਖੁਸ਼ੀ ਦੇ ਵਿੱਚ ਪੈਂਦਾ ਨਾ, ਮੰਗਲ ਵਿੱਚ ਪੈਂਦਾ, ਮੰਗਲਾਚਰਨ ਕਰਦਾ, ਮੰਗਲ ਕਰਦਾ, ਮੈਨੂੰ ਨਵਾਂ ਘਰ ਮਿਲ ਗਿਆ ਹੈ, ਮੈਨੂੰ ਨਵਾਂ ਪਰਿਵਾਰ ਮਿਲ ਗਿਆ ਹੈ, ਮੈਨੂੰ ਨਵਾਂ ਸਾਧਨ ਮਿਲ ਗਿਆ ਹੈ, ਮੇਰੇ ਘਰ ਵਿੱਚ ਨਵਾਂ ਜੀ ਆਇਆ ਹੈ। ਅਤੇ ਉਸ ਵੇਲੇ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਫਿਰ ਮੰਗਲ ਕਰਦਾ। ਮੰਗਲ ਕਹੀਏ ਫਿਰ ਖੁਸ਼ੀਆਂ ਮਨਾਉਂਦਾ ਹੈ। ਖੁਸ਼ੀਆਂ ਫਿਰ ਇੰਨੀਆਂ ਮਨਾਉਂਦਾ ਹੈ ਕਿ ਪਰਮਾਤਮਾ ਨੂੰ ਹੀ ਭੁੱਲ ਜਾਂਦਾ ਹੈ। ਮਹਾਰਾਜ ਜੀ ਦਾ ਬਚਨ ਹੈ, ਜਬ ਕਿਛ ਪਾਏ ਤਬ ਗਰਭ ਕਰਤ ਹੈ। ਜਦੋਂ ਕੁਝ ਮਿਲ ਗਿਆ, ਮੰਨ ਲਓ ਘਰ ਵਿੱਚ ਪੁੱਤਰ ਆ ਗਿਆ, ਘਰ ਵਿੱਚ ਨਵਾਂ ਕੋਈ ਸਾਧਨ ਆ ਗਿਆ ਆਉਣ ਜਾਣ ਦਾ, ਘਰ ਵਿੱਚ ਨਵਾਂ ਘਰ ਮਿਲ ਗਿਆ ਹੈ, ਜਾਂ ਕੋਈ ਨਵਾਂ ਰੁਜ਼ਗਾਰ, ਦੇਸ਼ ਵਿਦੇਸ਼ ਦੀ ਯਾਤਰਾ ਮਿਲ ਗਈ ਹੈ, ਇੰਨਾ ਖੁਸ਼ ਹੋ ਜਾਂਦਾ, ਲਿਆਓ ਫਿਰ ਪਾਰਟੀ ਕਰੀਏ। ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਬੁਲਾਉਂਦਾ, ਕਈ ਤਰ੍ਹਾਂ ਦੇ ਫਿਰ ਉੱਥੇ ਮਾਸ, ਸ਼ਰਾਬ, ਕਬਾਬ ਵਗੈਰਾ ਵਰਤਦਾ, ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੰਗਲਵਾਰ ਇਹ ਗੱਲ ਕਹਿੰਦਾ, ਜਦੋਂ ਬੰਦਾ ਮੰਗਲਾਂ ਵਿੱਚ ਪੈਂਦਾ ਨਾ, ਖੁਸ਼ੀਆਂ ਵਿੱਚ ਪੈਂਦਾ, ਅਤੇ ਉਸ ਵੇਲੇ ਇਹ ਪਰਮਾਤਮਾ ਦੀ ਇਹਦੇ ਉੱਪਰ ਮਾਇਆ ਵਰਤਦੀ ਹੈ। ਮਾਇਆ ਐਸਾ ਪ੍ਰਭਾਵ ਪਾਉਂਦੀ ਹੈ ਕਿ ਇਹ ਮਾਇਆ ਦੇ ਮੋਹ ਦੇ ਵਿੱਚ ਫਿਰ ਮੋਹਿਆ ਜਾਂਦਾ ਹੈ, ਇਹਨੂੰ ਭੁੱਲ ਜਾਂਦਾ ਹੈ ਚੰਗੇ ਮਾੜੇ ਕਰਮ ਦਾ ਫਲ, ਚੰਗੀ ਮਾੜੀ ਸੋਚ ਦਾ, ਵਿਚਾਰ ਦਾ, ਇਸ ਨੂੰ ਇਹ ਸਭ ਕੁਝ ਭੁੱਲ ਜਾਂਦਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜਦੋਂ ਖਡੂਰ ਸਾਹਿਬ ਦੀ ਧਰਤੀ ਵਿੱਚ ਰਹਿੰਦੇ ਨਾ, ਇੱਕ ਸਿੱਖ ਮਹਾਰਾਜ ਦੇ ਸਾਹਮਣੇ ਕਈ ਬੱਕਰੇ ਇਕੱਠੇ ਕਰਕੇ, ਬੱਕਰੀਆਂ ਇਕੱਠੀਆਂ ਕਰਕੇ ਲਈ ਜਾਵੇ। ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ ਵੀ ਇੰਨੇ ਬੱਕਰੇ ਬੱਕਰੀਆਂ ਕਾਹਦੇ ਵਾਸਤੇ? ਕਹਿਣ ਲੱਗਾ ਮਹਾਰਾਜ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ, ਮੇਰੇ ਪੁੱਤਰ ਦਾ ਵਿਆਹ ਹੈ, ਬੜੇ ਰਿਸ਼ਤੇਦਾਰ ਮੇਰੇ ਸਾਕ ਸੰਬੰਧੀ, ਸਹੁਰੇ, ਇਸੇ ਤਰ੍ਹਾਂ ਨਾਨਕੇ, ਦਾਦਕੇ, ਭੈਣਾਂ ਭਰਾ ਸਾਰੇ ਆਉਣਗੇ, ਦੋਸਤ ਮਿੱਤਰ ਵੀ ਆਉਣਗੇ। ਮਹਾਰਾਜ ਖੁਸ਼ੀਆਂ ਦਾ ਸਮਾਂ ਮਿਲਿਆ ਹੈ, ਅਤੇ ਜੇ ਉਹਨਾਂ ਨੂੰ ਮੈਂ ਖੁਸ਼ ਨਾ ਕੀਤਾ, ਉਹ ਸਾਰੀ ਉਮਰ ਮੈਨੂੰ ਲਾਂਭਾ ਦਿੰਦੇ ਰਹਿਣਗੇ ਵੀ ਤੂੰ ਘਰੇ ਵਿਆਹ ਰੱਖਿਆ ਅਤੇ ਸਾਨੂੰ ਖੁਸ਼ ਨਹੀਂ ਕਰ ਸਕਿਆ। ਮਹਾਰਾਜ ਜਿੰਨੇ ਬੱਕਰੇ ਬੱਕਰੀਆਂ ਸਾਰੇ ਖੁਸ਼ ਕਰਨ ਵਾਸਤੇ ਮੈਂ ਲਿਆਂਦੇ ਹੋਏ ਕਿ ਰੱਜ ਰੱਜ ਕੇ ਉਹ ਮਾਸ ਮੀਟ ਖਾਣਗੇ ਔਰ ਖੁਸ਼ ਹੋਣਗੇ, ਅਤੇ ਉਹਨਾਂ ਦੀ ਖੁਸ਼ੀ ਵੇਖ ਕੇ ਮੈਂ ਖੁਸ਼ ਹੋਵਾਂਗਾ। ਸਤਿਗੁਰਾਂ ਨੇ ਬਚਨ ਸੁਣਿਆ ਅਤੇ ਪਾਤਸ਼ਾਹ ਕਹਿਣ ਲੱਗੇ ਇਹ ਤਾਂ ਠੀਕ ਹੈ ਵੀ ਤੂੰ ਸਾਕ ਸੰਬੰਧੀਆਂ ਨੂੰ ਖੁਸ਼ ਕਰਨ ਵਾਸਤੇ ਇੰਨੇ ਬੱਕਰੀਆਂ ਬੱਕਰੇ ਇਕੱਠੇ ਕੀਤੇ ਹੋਏ, ਪਰ ਇਹ ਦੱਸ ਇਹਨਾਂ ਦੇ ਜਦੋਂ ਹੱਤਿਆ ਕਰੇਗਾ ਉਹ ਪਾਪ ਕਿਹਨੂੰ ਲੱਗੇਗਾ? ਉਹ ਪਾਪ ਤੇ ਸਾਰਾ ਤੇਰੇ ਸਿਰ ਤੇ ਹੀ ਆਵੇਗਾ ਨਾ। ਤੂੰ ਪਾਪ ਕਰਕੇ ਉਹਨਾਂ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ ਹੈ। ਜਦੋਂ ਮਹਾਰਾਜ ਜੀਆਂ ਨੇ ਬਚਨ ਕਰਕੇ ਸਮਝਾਇਆ ਤੇ ਫਿਰ ਮਹਾਰਾਜ ਦੇ ਸ਼ਰਨ ਹੀ ਪੈ ਗਿਆ। ਮਹਾਰਾਜ ਹੁਣ ਇਹ ਕਰਮ ਨਹੀਂ ਕਰਾਂਗਾ, ਰਿਸ਼ਤੇਦਾਰ ਖੁਸ਼ ਹੁੰਦਾ ਹੋਵੇ ਨਹੀਂ ਹੁੰਦਾ ਨਾ ਹੋਵੇ, ਪਰ ਮੈਂ ਇਹ ਜੀਵ ਹੱਤਿਆ ਕਰਕੇ ਪਾਪ ਆਪਣੇ ਸਿਰ ਤੇ ਨਹੀਂ ਲਵਾਂਗਾ, ਇਹਦਾ ਲੇਖਾ ਮੈਨੂੰ ਦੇਣਾ ਪੈਣਾ। ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕਰਕੇ ਉਪਦੇਸ਼ ਦਿੱਤਾ। ਗੁਰਮੁਖੋ ਅੱਜ ਵੀ ਆਪਾਂ ਵਿਆਹ ਤੇ ਕਰਦੇ ਹਾਂ, ਪੈਲਸਾਂ ਦੇ ਵਿੱਚ, ਇਸੇ ਤਰ੍ਹਾਂ ਘਰਾਂ ਦੇ ਵਿੱਚ ਵੀ ਕਰਦੇ ਹਾਂ, ਤਾਂ ਉਸ ਵੇਲੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਾਸਤੇ ਪਤਾ ਨਹੀਂ ਕਿੰਨੇ ਕਿੰਨੇ ਵਿਚਾਰੇ ਮੁਰਗੇ ਬੱਕਰੇ ਪੰਛੀ ਜਾਨਵਰ ਮਾਰੇ ਜਾਂਦੇ। ਸਾਡੀ ਧੀ ਦਾ ਵਿਆਹ ਹੈ ਨਾ, ਬਰਾਤ ਆਉਂਦੀ, 500 ਬੰਦਾ ਆ ਰਿਹਾ ਜੀ, ਉਹਨਾਂ ਵਾਸਤੇ ਮੀਟ ਮੱਛੀ ਦਾ ਪ੍ਰਬੰਧ ਹੋਣਾ ਚਾਹੀਦਾ। ਮਾਰ ਮਾਰ ਕੇ ਜੀਵਾਂ ਨੂੰ ਅਤੇ ਬਰਾਤੀਆਂ ਦੀ ਸੇਵਾ ਕੀਤੀ ਹੈ, ਪਰ ਜਿਸ ਧੀ ਨੂੰ ਅਸੀਂ ਘਰੋਂ ਤੋਰਨ ਲੱਗੇ ਹਾਂ ਉਹਦੇ ਪੱਲੇ ਦੇ ਨਾਲ ਉਨੇ ਜੀਵਾਂ ਦੀ ਹੱਤਿਆ ਦਾ ਪਾਪ ਅਸੀਂ ਨਾਲ ਹੀ ਬੰਨ੍ਹ ਦਿੱਤਾ ਵੀ ਲੈ ਸਹੁਰੇ ਘਰ ਚੱਲੀਆਂ ਅਤੇ ਲੈ ਜਾ, ਇੰਨੇ ਬੱਕਰੇ ਮਾਰੇ ਸਨ, ਇੰਨੇ ਮੁਰਗੇ ਮਾਰੇ ਸਨ, ਇੰਨੇ ਹੋਰ ਜਾਨਵਰ ਮਾਰੇ ਸਨ, ਉਹਨਾਂ ਦੀ ਹੱਤਿਆ ਦਾ ਪਾਪ ਤੇਰੇ ਪੱਲੇ ਬੰਨ੍ਹ ਕੇ, ਕਿਉਂਕਿ ਤੇਰੇ ਵਾਸਤੇ ਹੋਇਆ ਨਾ, ਤੇਰਾ ਵਿਆਹ ਰੱਖਿਆ ਤਾਂ ਰਿਸ਼ਤੇਦਾਰ ਆਏ, ਰਿਸ਼ਤੇਦਾਰਾਂ ਨੂੰ ਹੁਣ ਖਵਾਉਣਾ ਪਵੇਗਾ, ਉਹਦਾ ਮੁੱਢ ਜਿਹੜਾ ਹੈ ਉਹ ਤੇਰਾ ਵਿਆਹ ਹੀ ਬਣਿਆ ਹੈ, ਕਾਰਨ ਤੂੰ ਬਣੀ ਹੈ, ਇਸ ਕਰਕੇ ਉਹ ਪਾਪ ਦਾ ਫਲ ਉਹਦੇ ਪੱਲੇ ਬੰਨ੍ਹ ਕੇ ਤੇ ਅਸੀਂ ਸਹੁਰੇ ਤੋਰ ਦਿੱਤਾ। ਫਿਰ ਆਖਿਆ ਸਾਡਾ ਧੀ ਪੁੱਤਰ ਖੁਸ਼ ਨਹੀਂ ਹੈ, ਉਹਨੂੰ ਤਾਂ ਬੜੀ ਫਿਕਰ ਹੈ, ਉਹ ਰਾਤ ਨੂੰ ਨੀਂਦ ਨਹੀਂ ਆਉਂਦੀ, ਉਹਨੂੰ ਪਰਿਵਾਰ ਚੰਗਾ ਨਹੀਂ ਮਿਲਿਆ, ਉਹਦੇ ਘਰੇ ਕਲੇਸ਼ ਰਹਿੰਦਾ। ਅਤੇ ਗੁਰਮੁਖੋ ਕਲੇਸ਼ ਤੇ ਅਸੀਂ ਆਪ ਨਾਲ ਬੰਨ੍ਹ ਕੇ ਤੋਰਿਆ ਹੈ, ਅਤੇ ਫਿਰ ਕਲੇਸ਼ ਮਿਲੇ ਕਿਵੇਂ ਨਾ, ਮਿਲੇਗਾ ਹੀ ਨਾ। ਅਤੇ ਜੇ ਪਾਪ ਕਰਮ ਅਸੀਂ ਨਾ ਕੀਤਾ ਹੁੰਦਾ ਅਤੇ ਫਿਰ ਸਾਡਾ ਬੱਚਾ ਖੁਸ਼ ਹੁੰਦਾ।
ਇਹ ਅੱਜ ਵੀ ਇਸ ਤਰ੍ਹਾਂ ਦੇ ਕਰਮ ਚੱਲਦੇ ਨੇ, ਲੋਕ ਕਰਦੇ ਨੇ ਵੀ ਨੱਕ ਰਹਿਣਾ ਚਾਹੀਦਾ, ਇੱਥੇ ਪੀ ਪੀ ਕੇ ਲੋਕ ਡਿੱਗਣੇ ਚਾਹੀਦੇ ਤਾਂ ਕਿ ਲੋਕ ਆਖਣ ਵੀ ਇਸ ਬੰਦੇ ਨੇ ਬੜੀ ਸੇਵਾ ਕੀਤੀ ਹੈ। ਇਹਦੇ ਵਿੱਚ ਅਸੀਂ ਬੜੀ ਬਹਾਦਰੀ ਸਮਝਦੇ ਹਾਂ ਆਪਣੇ ਆਪ ਦੀ। ਇਹ ਬਹਾਦਰੀ ਨਹੀਂ, ਇੱਕ ਤੇ ਫਜ਼ੂਲ ਖਰਚਾ, ਇੱਕ ਇਹ ਮਾੜਾ ਕਰਮ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੰਗਲ ਮਾਇਆ ਮੋਹ ਉਪਾਇਆ। ਮੰਗਲਵਾਰ ਇਹ ਗੱਲ ਕਹਿੰਦਾ ਹੈ ਕਿ ਪ੍ਰਮਾਤਮਾ ਜਦੋਂ ਤੁਹਾਨੂੰ ਕੋਈ ਖੁਸ਼ੀ ਦਿੰਦਾ, ਕੋਈ ਨਵਾਂ ਸਾਧਨ ਦਿੰਦਾ, ਕੋਈ ਨਵੀਂ ਵਸਤੂ ਦਿੰਦਾ, ਕੋਈ ਵਿਆਹ ਸ਼ਾਦੀ ਦਾ ਮੌਕਾ ਦਿੰਦਾ, ਬੰਦਾ ਫਿਰ ਉਸ ਮੰਗਲ ਖੁਸ਼ੀ ਦੇ ਵਿੱਚ ਇੰਨਾ ਖੁਸ਼ ਹੋ ਜਾਂਦਾ, ਮਾਇਆ ਦੇ ਮੋਹ ਦੇ ਵਿੱਚ ਡੁੱਬਿਆ ਹੋਇਆ, ਫਿਰ ਵਿਅਕਤੀ ਪਾਪ ਵੀ ਕਰਦਾ ਹੈ, ਕੁਕਰਮ ਵੀ ਕਰਦਾ ਹੈ, ਜਿਹਦਾ ਫਲ ਇਸ ਨੂੰ ਮਿਲਣਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੋਹਣੇ ਵਾਲੀ ਜਿਹੜੀ ਮਾਇਆ ਹੈ, ਇਸ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ। ਜਾਂ ਆਪਾਂ ਕਹਿ ਲਈਏ ਮੋਹਣੇ ਵਾਲੀ ਮਾਇਆ ਦੁਆਰਾ ਪਰਮੇਸ਼ਰ ਨੇ ਜਗਤ ਪੈਦਾ ਕੀਤਾ। ਇਹ ਸੰਸਾਰ ਮਾਇਆ ਦੁਆਰਾ ਪੈਦਾ ਹੋਇਆ। ਇਹ ਜੀਵ ਮਾਇਆ ਵਿੱਚ ਲੱਗ ਕੇ ਬੜਾ ਖੁਸ਼ ਹੁੰਦਾ ਹੈ। ਐਸੀ ਇਸ ਦੀ ਹਾਲਤ ਹੈ। ਆਪੇ ਸਿਰ ਸਿਰ ਧੰਦੇ ਲਾਇਆ। ਫਿਰ ਉਸ ਪ੍ਰਮਾਤਮਾ ਨੇ ਸਾਰਿਆਂ ਨੂੰ ਪੈਦਾ ਕਰਕੇ ਤੇ ਸਾਰਿਆਂ ਨੂੰ ਧੰਦੇ ਲਾਇਆ, ਕੰਮ ਦੇ ਵਿੱਚ ਲਾਇਆ ਹੋਇਆ। ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦਾ ਲਾਇਆ। ਵੇਖੈ ਕੀਤਾ ਆਪਣਾ, ਕਰ ਕੁਦਰਤ ਪਾਸਾ ਟਾਲਦੀ। ਤੁਸੀਂ ਦੁਨੀਆ ਪੈਦਾ ਕਰਦੇ ਹੋ, ਫਿਰ ਉਹਨਾਂ ਦਾ ਸਬੱਬ ਬਣਾਉਂਦੇ ਹੋ ਵੀ ਇਹ ਬੰਦਾ ਕਰਮ ਕੀ ਕਰੇਗਾ। ਉਸ ਕੰਮ ਦੇ ਵਿੱਚ ਲਾ ਕੇ ਉਸ ਦੀ ਫਿਰ ਜ਼ਿੰਦਗੀ, ਉਸ ਦਾ ਸਮਾਂ ਮੋਹ ਦੇ ਵਿੱਚ ਹੀ ਪੂਰਾ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਸਿਰ ਸਿਰ ਧੰਦੇ ਲਾਇਆ। ਸੋ ਸਿਰਜ ਕੇ ਬਜ਼ੁਰਗ ਜਿਹੜਾ ਉਹ ਸਰੀਰ ਛੱਡ ਕੇ ਤੁਰਿਆ ਜਾ ਰਿਹਾ, ਬੱਚਾ ਜਿਹੜਾ ਉਹ ਪੈਦਾ ਹੋ ਰਿਹਾ। ਪਰਮਾਤਮਾ ਵਾਰ-ਵਾਰ ਦੁਨੀਆ ਸਿਰਜਦਾ ਪਿਆ, ਵਾਰ-ਵਾਰ ਦੁਨੀਆ ਬਣਾਉਂਦਾ ਪਿਆ। ਨਵੇਂ ਪੈਦਾ ਹੋ ਰਹੇ ਨੇ, ਜਿਹੜੇ ਪਹਿਲਾਂ ਪੈਦਾ ਹੋਏ ਉਹ ਤੁਰੇ ਜਾ ਰਹੇ ਨੇ। ਸਿਰਜ ਕੇ ਵਾਰ-ਵਾਰ ਸਜਦੇ ਪਏ ਹੋ। ਸਿਰ ਤੋਂ ਭਾਵ ਹੈ ਗੁਰਮੁਖੋ ਸਿਰਜ ਕੇ, ਬਣਾ ਕੇ ਵਾਰ-ਵਾਰ ਦੁਨੀਆ ਬਣਾਉਂਦੇ ਹੋ, ਵਾਰ-ਵਾਰ ਦੁਨੀਆ ਵਿੱਚ ਭੇਜਦੇ ਹੋ ਜੀਵਾਂ ਨੂੰ, ਫਿਰ ਇਹਨਾਂ ਨੂੰ ਧੰਦੇ ਵਿੱਚ ਲਾਈ ਬੈਠੇ ਹੋ। ਮਹਾਰਾਜ ਫਿਰ ਫਰਮਾਉਂਦੇ ਹਨ ਆਪੇ ਸਿਰ ਸਿਰ ਧੰਦੇ ਲਾਇਆ। ਗੁਰਮੁਖੋ ਸਿਰ ਤੋਂ ਭਾਵ ਹੁੰਦਾ ਸਿਰ ਬਸਿਰ। ਪਰਮਾਤਮਾ ਨੇ ਇੱਕ ਜੀਵ ਨੂੰ ਦੂਜੇ ਉੱਤੇ ਨਿਰਭਰ ਨਹੀਂ ਕੀਤਾ ਹੈ ਕਿ ਜੇ ਦੂਜਾ ਹੀ ਹੋਵੇਗਾ ਤੇ ਰੋਟੀ ਤੈਨੂੰ ਤਾਂ ਮਿਲਣੀ ਹੈ। ਨਹੀਂ, ਉਸਨੇ ਹਰੇਕ ਨੂੰ ਸਿਰ ਬਸਿਰ ਕੀਤਾ ਹੈ। ਹਰੇਕ ਦਾ ਕਰਮ ਵੱਖਰਾ ਲਿਖਿਆ ਮੱਥੇ 'ਤੇ, ਤੇ ਉਹਦੇ ਕਰਮਾਂ ਦੀ ਦਾਤ ਉਹਨੂੰ ਮਿਲਣੀ ਹੈ। ਦੂਜਾ ਭਾਵੇਂ ਜਿੰਨੇ ਮਰਜ਼ੀ ਸੱਪ ਕਿਰਲੇ ਰਾਹ ਵਿੱਚ ਛੱਡ ਲਵੇ, ਕੰਡੇ ਬੀਜ ਲਵੇ, ਕੰਡੇ ਕੁਝ ਨਹੀਂ ਕਰਨਗੇ। ਪਰਮਾਤਮਾ ਨੇ ਹਰੇਕ ਦਾ ਕਰਮ ਮੱਥੇ 'ਤੇ ਲਿਖਿਆ ਹੈ, ਹਰੇਕ ਨੂੰ ਸਿਰ ਬਸਿਰ ਕੀਤਾ। ਇਸ ਤਰ੍ਹਾਂ ਉਸਨੇ ਧੰਦੇ ਵਿੱਚ ਲਾਇਆ ਹੈ। ਆਪ ਬੁਝਾਏ ਸੋਈ ਬੁਝਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਨੂੰ ਉਹ ਆਪ ਸਮਝਾਉਂਦਾ ਹੈ ਕਿਰਪਾ ਕਰਕੇ, ਉਹੀ ਵਿਅਕਤੀ ਸਮਝ ਪਾਉਂਦਾ ਹੈ। ਗੁਰ ਕਾ ਸ਼ਬਦ ਦਰ ਘਰ ਸੁਝੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਗੁਰੂ ਦਾ ਸ਼ਬਦ ਇਸ ਤਰ੍ਹਾਂ ਦਾ ਹੈ, ਇਸ ਤਰ੍ਹਾਂ ਦੀ ਕਿਰਪਾ ਕਰਨ ਵਾਲਾ ਹੈ ਕਿ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਇਹ ਜਿਹੜਾ ਵਿਅਕਤੀ ਹੈ, ਇਹ ਸਰੀਰ ਰੂਪੀ ਜਿਹੜਾ ਘਰ ਹੈ, ਇਹਦੇ ਦਰ ਜਿਹੜੀਆਂ ਇੰਦਰੀਆਂ ਨੇ, ਇਹਨਾਂ ਦੁਆਰਾ ਨਾਮ ਜਪ ਕੇ, ਰਸਨਾ ਨਾਲ ਨਾਮ ਜਪ ਕੇ, ਕੰਨਾਂ ਨਾਲ ਨਾਮ ਸਰਵਣ ਕਰਕੇ, ਅੱਖਾਂ ਨਾਲ ਗੁਰੂ ਦਾ ਦਿਦਾਰਾ ਕਰਕੇ ਸੂਝੇ ਕਹੀਏ ਗਿਆਨ ਨੂੰ ਪ੍ਰਾਪਤ ਕਰਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਇਹ ਜੋ ਘਰ ਸੰਸਾਰ ਹੈ, ਇਹ ਸੰਸਾਰ ਘਰ ਦੇ ਵਿੱਚ ਇਹ ਜੀਵ ਪੈਦਾ ਹੁੰਦਾ, ਇੱਥੇ ਆ ਕੇ ਗੁਰੂ ਨੂੰ ਧਾਰਨ ਕਰਦਾ, ਗੁਰੂ ਦੇ ਦਰ 'ਤੇ ਆਉਂਦਾ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਮਾਤਮਾ ਦੀ ਪ੍ਰਾਪਤੀ ਕਰਦਾ ਹੈ। ਪ੍ਰੇਮ ਭਗਤ ਕਰੇ ਲਿਵ ਲਾਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਗੁਰਮੁਖ ਪ੍ਰੇਮਾ ਭਗਤੀ ਕਰਦੇ, ਕਿਵੇਂ ਪ੍ਰੇਮਾ ਭਗਤੀ ਕਰਦੇ? ਲਿਵ ਲਾਏ, ਧਿਆਨ ਜੋੜ ਕੇ ਜਿਹੜੇ ਗੁਰਮੁਖ ਪ੍ਰੇਮਾ ਭਗਤੀ ਕਰਦੇ ਹਨ, ਹਉਮੈ ਮਮਤਾ ਸ਼ਬਦ ਜਲਾਏ। ਉਹਨਾਂ ਨੇ ਆਪਣੀ ਹਉਮੈ ਅਤੇ ਮਮਤਾ ਇਹ ਦੋਨੇ ਹੀ ਗੁਰੂ ਦੇ ਸ਼ਬਦ ਨਾਲ ਜਲਾ ਦਿੱਤੀਆਂ, ਸਾੜ ਦਿੱਤੀਆਂ। ਹਉਮੈ ਕੀ ਹੈ? ਹਉਮੈ ਇਹ ਹੈ ਕਿ ਮੇਰੇ ਵਰਗਾ ਕੋਈ ਨਹੀਂ ਹੈ, ਮੇਰੇ ਵਰਗਾ ਘਰ, ਮੇਰੇ ਵਰਗਾ ਕੱਪੜਾ, ਮੇਰੇ ਵਰਗਾ ਧਨ, ਮੇਰੇ ਵਰਗਾ ਪਰਿਵਾਰ, ਮੇਰੇ ਵਰਗਾ ਗੁਣ, ਮੇਰੇ ਵਰਗਾ ਅਹੁਦਾ। ਇਹ ਸਾਰੀ ਹਉਮੈ ਹੀ ਹੈ ਵੀ ਮੇਰੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਇਹ ਹਉਮੈ ਹੈ। ਪਰ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਕਮਾਇਆ ਹੈ ਨਾ ਗੁਰਮੁਖੋ, ਉਹ ਆਖਦੇ ਤੂੰ ਤੂੰ ਕਰਤਾ, ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਜਿਨ੍ਹਾਂ ਨੇ ਸ਼ਬਦ ਕਮਾਇਆ ਉਹਨਾਂ ਦਾ ਇਹ ਬਚਨ ਹੈ ਵੀ ਮੈਂ ਕੁਝ ਨਹੀਂ ਹਾਂ। ਤੇ ਉਹਨਾਂ ਦਾ ਬਚਨ ਇਹ ਵੀ ਹੈ ਕਬੀਰ ਸਭ ਤੇ ਹਮ ਬੁਰੇ, ਸਾਰਿਆਂ ਤੋਂ ਮੈਂ ਬੁਰਾ, ਜਿਹਦੀ ਹਉਮੈ ਖਤਮ ਹੋਈ ਹੈ।
ਗੁਰ ਸ਼ਬਦ ਜਲਾਏ, ਜਿਨ੍ਹਾਂ ਨੇ ਗੁਰੂ ਦਾ ਸ਼ਬਦ ਪੜ੍ਹਿਆ, ਗੁਰੂ ਦੇ ਸ਼ਬਦ ਨੇ ਉਹਨਾਂ ਦੀ ਹਉਮੈ ਜਲਾ ਦਿੱਤੀ, ਸਾੜ ਦਿੱਤੀ, ਬਿਲਕੁਲ ਖਤਮ ਕਰ ਦਿੱਤੀ। ਉਹ ਆਖਦੇ ਮੈਂ ਤੇ ਕੁਝ ਵੀ ਨਹੀਂ ਹਾਂ। ਦੂਜਾ ਬਚਨ ਮਹਾਰਾਜ ਜੀ ਦਾ ਮਮਤਾ ਕਹਿੰਦੇ ਮੋਹ, ਜਾਂ ਕਹਿ ਲਈਏ ਪਦਾਰਥਾਂ ਦੀ ਮਮਤਾ। ਅਸੀਂ ਦੁਨੀਆ ਦੇ ਸੰਸਾਰੀ ਲੋਕ ਮਾਇਆ ਇਕੱਠੀ ਕਰਨ ਵਾਸਤੇ ਲੱਗੇ ਹੋਏ, ਆ ਵੀ ਜੋੜ ਲਈਏ, ਆ ਵੀ ਬਣਾ ਲਈਏ, ਪਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਨਾ, ਉਹ ਪਦਾਰਥਾਂ ਦੀ ਮਮਤਾ ਤੋਂ ਪਰੇ ਹੋ ਜਾਂਦੇ, ਪਦਾਰਥਾਂ ਦੀ ਮਮਤਾ ਵਿੱਚ ਨਹੀਂ ਪੈਂਦੇ, ਜਾਂ ਕਹਿ ਲਈਏ ਵੀ ਪਰਿਵਾਰ ਦੇ ਮੋਹ ਵਿੱਚ ਨਹੀਂ ਪੈਂਦੇ। ਐਸੇ ਉਹ ਸਮਰੱਥ ਹੋ ਜਾਂਦੇ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਰਿਵਾਰ ਦਾ ਮੋਹ ਨਹੀਂ ਹੈ, ਸਤਿਗੁਰੂ ਤੇ ਕੌਤਕ ਕਰਨਾ ਚਾਹੁੰਦੇ। ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੀ 30-31 ਸਾਲ ਦੀ ਉਮਰ ਜਿਹੜੀ ਹੈ ਨਾ, ਜੰਗ ਕਰਦਿਆਂ ਹੀ, ਅਨੰਦਪੁਰ ਸਾਹਿਬ ਦੀ ਧਰਤੀ ਦਾ ਕਦੇ ਜੰਗ ਹੈ, ਕਦੇ ਪਾਉਂਟਾ ਸਾਹਿਬ ਦੀ ਧਰਤੀ ਦਾ ਜੰਗ ਹੈ, ਕਦੇ ਚਮਕੌਰ ਸਾਹਿਬ ਦਾ ਜੰਗ ਹੈ, ਇਸੇ ਤਰ੍ਹਾਂ ਕਦੇ ਗੁਰਮੁਖੋ ਜਾ ਕੇ ਮੁਕਤਸਰ ਸਾਹਿਬ ਦਾ ਜੰਗ ਹੈ। ਇਸ ਤਰ੍ਹਾਂ ਜੰਗ ਕਰਦਿਆਂ ਮਹਾਰਾਜ ਸਾਹਿਬ ਜੀਆਂ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ, ਜਾਂ ਆਪਾਂ ਕਹਿ ਲਈਏ 31 ਸਾਲ ਦਾ ਸਮਾਂ, ਮਹਾਰਾਜ ਸਾਹਿਬ ਜੀ ਜੰਗ ਕਰਦਿਆਂ ਹੀ ਇੰਨਾ ਸਮਾਂ ਬਤੀਤ ਹੋ ਗਿਆ। ਕਹਿਲੂਰ ਦਾ ਰਾਜਾ ਭੀਮ ਚੰਦ ਹੈ, ਮਹਾਰਾਜ ਜੀਆਂ ਦੇ ਨਾਲ ਦਗਾ ਕਰਨਾ ਚਾਹੁੰਦਾ ਹੈ। ਕਿਸ ਗੱਲ ਦਾ? ਸਤਿਗੁਰਾਂ ਦੇ ਕੋਲ ਅਸਾਮ ਦੇ ਰਾਜੇ ਨੇ ਆ ਕੇ ਇੱਕ ਹਾਥੀ ਭੇਟ ਕੀਤਾ ਪਾਤਸ਼ਾਹ ਜੀਆਂ ਨੂੰ, ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ। ਵਿਦਵਾਨ ਕਹਿੰਦੇ ਨੇ ਇਹਦੀ ਸੁੰਡ ਤੋਂ ਲੈ ਕੇ ਤੇ ਮੱਥੇ ਦੇ ਉੱਪਰ ਦੀ ਹੁੰਦਿਆਂ ਹੋਇਆਂ, ਧੌਣ ਦੇ ਉੱਪਰ ਦੀ ਅਤੇ ਪਿੱਠ ਦੀ ਉੱਪਰ ਦੀ ਹੁੰਦਿਆਂ ਹੋਇਆਂ ਪੂਛ ਤੱਕ ਇੱਕ ਚਿੱਟੇ ਰੰਗ ਦੀ ਧਾਰੀ ਹੈ, ਚਿੱਟੇ ਰੰਗ ਦੀ ਇੱਕ ਲਕੀਰ ਹੈ। ਤਾਂ ਇਸ ਨੂੰ ਕਿਹਾ ਜਾਂਦਾ ਸੀ ਸਫੈਦ ਹਾਥੀ। ਇਹਦਾ ਰੰਗ ਚਿੱਟਾ ਨਹੀਂ ਸੀ, ਰੰਗ ਤੇ ਹਾਥੀਆਂ ਵਰਗਾ ਹੀ ਸੀ, ਪਰ ਪਰਮਾਤਮਾ ਨੇ ਇਹਨੂੰ ਬਣਾਇਆ ਇਸ ਤਰੀਕੇ ਦਾ ਸੀ ਵੀ ਇੱਕ ਧਾਰੀ ਸੀ ਇਹਦੇ ਉੱਪਰ ਚਿੱਟੇ ਰੰਗ ਦੀ। ਐਸਾ ਨਵੇਕਲਾ ਹਾਥੀ ਸੀ, ਦੁਨੀਆ ਨਾਲੋਂ ਵੱਖਰਾ। ਔਰ ਇਹਦਾ ਜਿਹੜਾ ਕੱਦ ਕਾਠ ਹੈ ਹਾਥੀ ਦਾ, ਇਹ ਦੂਜੇ ਹਾਥੀਆਂ ਵਰਗਾ ਵੱਡਾ ਨਹੀਂ ਸੀ। ਜਿਵੇਂ ਦਾ ਕੋਈ ਵੱਡਾ ਝੋਟਾ ਹੁੰਦਾ ਨਾ ਮਾਲੀ, ਇਸ ਤਰ੍ਹਾਂ ਦਾ ਇਹਦਾ ਕੱਦ ਸੀ, ਛੋਟੇ ਕੱਦ ਦਾ ਹਾਥੀ ਹੈ ਤੇ ਬੜਾ ਸਿਖਾਇਆ ਹੋਇਆ। ਕਦੇ ਮਹਾਰਾਜ ਸਾਹਿਬ ਜੀਆਂ ਦੇ ਸੀਸ ਦੇ ਉੱਪਰ ਚੌਰ ਕਰਨ ਲੱਗ ਪੈਂਦਾ, ਰਾਜੇ ਨੇ ਸਿਖਾ ਕੇ ਮਹਾਰਾਜ ਦੇ ਕੋਲ ਲਿਆਂਦਾ ਸੀ। ਉਹਦੇ ਵਿੱਚ ਇੱਕ ਬੜੀ ਲੰਮੀ ਸਾਖੀ ਹੈ, ਆਪਾਂ ਥੋੜ੍ਹਾ ਜਿਹਾ ਇਤਿਹਾਸ ਸਰਵਣ ਕਰ ਲਈਏ ਤਾਂ ਕਿ ਚੰਗੀ ਤਰ੍ਹਾਂ ਸਮਝ ਪੈ ਜਾਵੇ। ਸਤਿਗੁਰੂ ਪਾਤਸ਼ਾਹ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਬਿਰਾਜੇ, ਇੱਥੋਂ ਮਹਾਰਾਜ ਜੀ ਅਸਾਮ ਨੂੰ ਗਏ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਵੇਲੇ ਇੱਕ ਰਾਜਾ ਮਹਾਰਾਜ ਦੇ ਚਰਨਾਂ 'ਤੇ ਆ ਕੇ ਰਾਣੀ ਦੇ ਸਮੇਤ ਨਮਸਕਾਰ ਕਰਦਾ। ਸਤਿਗੁਰਾਂ ਦੀ ਪ੍ਰਸੰਨਤਾ ਕੀਤੀ। ਮਹਾਰਾਜ ਕਹਿਣ ਲੱਗੇ, ਰਾਜਨ ਕੀ ਗੱਲ ਹੈ? ਕਹਿਣ ਲੱਗਾ, ਮਹਾਰਾਜ ਘਰ ਵਿੱਚ ਸੰਤਾਨ ਨਹੀਂ ਹੈ, ਆਪ ਜੀ ਕਿਰਪਾ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਚਨ ਸੁਣੇ ਤੇ ਮਹਾਰਾਜ ਦੇ ਹੱਥਾਂ ਵਿੱਚ ਮੋਹਰ ਫੜੀ ਹੋਈ ਹੈ ਤੇ ਸਤਿਗੁਰਾਂ ਨੇ ਉਹ ਮੋਹਰ ਜਿਹੜੀ ਹੈ ਨਾ ਰਾਜੇ ਦੇ ਪੱਟ ਦੇ ਉੱਪਰ ਲਾਈ ਤੇ ਬਚਨ ਆਖੇ। ਕਹਿਣ ਲੱਗੇ, ਤੇਰੇ ਘਰ ਵਿੱਚ ਸੰਤਾਨ ਪੈਦਾ ਹੋਵੇਗੀ, ਇਹ ਮੋਹਰ ਦਾ ਨਿਸ਼ਾਨ ਉਹਦੇ ਮੱਥੇ ਤੇ ਹੋਵੇਗਾ, ਉਹਦੇ ਸਰੀਰ ਦੇ ਉੱਪਰ ਇਹ ਨਿਸ਼ਾਨ ਹੋਵੇਗਾ। ਸਤਿਗੁਰੂ ਇੰਨਾ ਬਚਨ ਕਰਕੇ ਆਪਣਾ ਕਾਰਜ ਕਰਕੇ ਵਾਪਸ ਆ ਗਏ। ਸਮਾਂ ਪਿਆ, ਰਾਜੇ ਦੇ ਘਰ ਵਿੱਚ ਸੰਤਾਨ ਪੈਦਾ ਹੋਈ ਤੇ ਵਾਕਿਆ ਹੀ ਉਹਦੇ ਸਰੀਰ ਦੇ ਉੱਪਰ ਮੋਹਰ ਦਾ ਨਿਸ਼ਾਨ ਹੈ। ਬਚਪਨ ਵਿੱਚ ਕੁਝ ਸਾਲ ਤੇ ਲੰਘ ਗਏ। ਜਦੋਂ ਕਿਤੇ ਰਾਜੇ ਦਾ ਪੁੱਤਰ ਜਵਾਨ ਹੋਇਆ ਨਾ ਤੇ ਇਸ ਨੇ ਸੀਸੇ ਦੇ ਸਾਹਮਣੇ ਆਪਣੇ ਆਪ ਨੂੰ ਵੇਖਿਆ ਤੇ ਉਹ ਮੋਹਰ ਦਾ ਨਿਸ਼ਾਨ ਵੇਖ ਕੇ ਬੜਾ ਹੈਰਾਨ ਹੋਇਆ। ਆਪਣੀ ਮਾਂ ਨੂੰ ਜਾ ਕੇ ਪੁੱਛਦਾ ਵੀ ਮਾਤਾ, ਮੈਂ ਛੋਟੇ ਹੁੰਦਿਆਂ ਕਿਤੇ ਡਿੱਗ ਪਿਆ, ਕਿਤੇ ਕੋਈ ਸੱਟ ਲੱਗੀ ਹੈ, ਮੇਰੇ ਨਿਸ਼ਾਨ ਹੈ। ਜਦੋਂ ਪੁੱਛਿਆ ਤੇ ਉਸ ਵੇਲੇ ਮਾਂ ਨੇ ਦੱਸਿਆ, ਕਹਿਣ ਲੱਗੀ, ਨਹੀਂ ਪੁੱਤਰ, ਵੀ ਇਹ ਨਿਸ਼ਾਨ ਸੱਟ ਦਾ ਨਹੀਂ ਹੈ। ਅਸੀਂ ਗੁਰੂ ਪਾਤਸ਼ਾਹ ਦੇ ਕੋਲ ਗਏ ਸੀ, ਗੁਰੂ ਮਹਾਰਾਜ ਨੇ ਤੇਰੇ ਪਿਤਾ ਦੇ ਪੱਟ ਦੇ ਉੱਪਰ ਮੋਹਰ ਦਾ ਨਿਸ਼ਾਨ ਲਾ ਕੇ ਆਖਿਆ ਸੀ ਵੀ ਤੁਹਾਡੇ ਪੁੱਤਰ ਦੇ ਨਿਸ਼ਾਨ ਹੋਵੇਗਾ ਸਾਡੀ ਮੋਹਰ ਦਾ। ਤੂੰ ਗੁਰੂ ਦੇ ਹੁਕਮ ਦੇ ਨਾਲ ਪੈਦਾ ਹੋਇਆ ਹੈ। ਜਦੋਂ ਇਹ ਬਚਨ ਸੁਣਿਆ ਤੇ ਇਹ ਜਿਹੜਾ ਬੱਚਾ ਸੀ ਰਾਜਾ ਰਾਜਕੁਮਾਰ, ਸ਼ਰਧਾ ਜਾਗੀ ਕਿ ਮਹਾਰਾਜ ਦੇ ਦਰਸ਼ਨ ਕਰਾਂ। ਹੁਣ ਦਰਸ਼ਨ ਕਰਨ ਵਾਸਤੇ ਇਸਨੇ ਬੜੇ ਪੈਸੇ ਖਰਚ ਕੇ ਉਹ ਮਹਿੰਗਾ ਹਾਥੀ ਖਰੀਦਿਆ ਸੀ ਮਹਾਰਾਜ ਨੂੰ ਦੇਣ ਵਾਸਤੇ ਕਿ ਜਿਸ ਗੁਰੂ ਦੇ ਨਾਲ ਮੇਰੇ ਬਚਨਾਂ ਦੇ ਨਾਲ ਮੇਰਾ ਜਨਮ ਹੋਇਆ, ਮੈਂ ਉਸ ਗੁਰੂ ਨੂੰ ਇਹੋ ਜਿਹੀ ਵਸਤੂ ਭੇਟ ਕਰਾਂ ਜਿਹੜੀ ਕਿਸੇ ਨੇ ਕੀਤੀ ਨਾ ਹੋਵੇ ਤੇ ਗੁਰੂ ਮਹਾਰਾਜ ਖੁਸ਼ ਹੋ ਜਾਣ ਮੇਰੀ ਭੇਟਾ ਵੇਖ ਕੇ। ਇਸ ਤਰ੍ਹਾਂ ਦਾ ਹਾਥੀ ਇਹਨੇ ਅਸਾਮ ਦੇ ਜੰਗਲਾਂ 'ਚ ਉਧਰੋਂ ਕਿਤੇ ਉਹ ਲੱਭਿਆ, ਉਹਦੀ ਪੂਰੀ ਟ੍ਰੇਨਿੰਗ ਕਰਕੇ ਤੇ ਲੈ ਕੇ ਆਇਆ। ਇੱਕ 5 ਕਲਾ ਸ਼ਸਤਰ ਲੈ ਕੇ ਆਇਆ ਮਹਾਰਾਜ ਵਾਸਤੇ। ਉਹ ਸ਼ਸਤਰ ਤੇ ਇੱਕੋ ਹੀ ਹੈ ਪਰ ਉਹਦੇ ਰੂਪ 5 ਨੇ। ਉਹਦੇ ਤੇ ਇੱਕ ਬਟਨ ਲੱਗਾ ਹੋਇਆ, ਜਦੋਂ ਉਹ ਬਟਨ ਦਬਾਉਂਦੇ ਉਹ ਕਦੇ ਤਲਵਾਰ ਬਣ ਜਾਂਦਾ ਹੈ, ਕਦੇ ਪਿਸਤੌਲ ਬਣ ਜਾਂਦਾ ਹੈ, ਕਦੇ ਉਹ ਕਟਾਰ ਬਣ ਜਾਂਦਾ ਹੈ। ਇਸ ਤਰ੍ਹਾਂ ਦਾ ਸ਼ਸਤਰ ਲੈ ਕੇ
ਇਹ ਮਹਾਰਾਜ ਸਾਹਿਬ ਜੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਕਿ ਮਹਾਰਾਜ ਨੂੰ ਇਹ ਪਿਆਰੀਆਂ ਵਸਤੂਆਂ ਮੈਂ ਭੇਟਾ ਕਰਾਂ। ਤੇ ਗੁਰਮੁਖੋ ਇਸੇ ਤਰ੍ਹਾਂ ਇੱਕ ਮਹਾਰਾਜ ਦਾ ਸਿੱਖ ਕਾਬਲ ਦੇ ਰਹਿਣ ਵਾਲਾ, ਉਹਦੇ ਮਨ ਵਿੱਚ ਵਿਚਾਰ ਇਹ ਆਈ, ਕਿਤੇ ਬਾਜ਼ਾਰ ਵਿੱਚੋਂ ਜਾਂਦਾ ਪਿਆ ਤੇ ਬੜਾ ਸੋਹਣਾ ਚੰਦੋਆ ਤੇ ਚਾਂਦਨੀ ਬਾਦਸ਼ਾਹ ਔਰੰਗਜ਼ੇਬ ਦੇ ਵਾਸਤੇ ਕੋਈ ਕੱਢਦਾ ਪਿਆ। ਪੁੱਛਿਆ ਕਾਰੀਗਰ ਨੂੰ ਵੀ ਇਹ ਚਾਂਦਨੀ ਕਿੰਨੇ ਦੀ ਹੈ? ਕਹਿਣ ਲੱਗਾ ਵੀ ਇਹ ਕੋਈ 1.25 ਲੱਖ 1.5 ਲੱਖ ਰੁਪਏ ਦੀ ਇਹਦੀ ਕੀਮਤ ਹੈ। ਕਾਹਦੇ ਵਾਸਤੇ ਬਣਵਾਈ ਹੈ? ਕਹਿਣ ਲੱਗੇ ਜੀ ਔਰੰਗਜ਼ੇਬ ਵਾਸਤੇ, ਉਹਦੇ ਕਿਸੇ ਵਜ਼ੀਰ ਨੇ ਬਣਾਈ ਹੈ, ਉਹਨੂੰ ਤੋਹਫਾ ਦੇਣ ਵਾਸਤੇ। ਹੁਣ ਸਿੱਖ ਦੇ ਮਨ ਵਿੱਚ ਵਿਚਾਰ ਆਇਆ ਵੀ ਦੁਨਿਆਵੀ ਬਾਦਸ਼ਾਹ ਔਰੰਗਜ਼ੇਬ ਹੈ, ਉਹਦੇ ਵਾਸਤੇ ਇੰਨੀ ਸੋਹਣੀ ਚਾਂਦਨੀ ਬਣਦੀ ਪਈ ਹੈ। ਮੇਰਾ ਗੁਰੂ ਤੇ ਦੀਨ ਦੁਨੀਆ ਦਾ ਮਾਲਕ ਹੈ, ਉਹ ਤੇ ਰਾਜਾਨ ਰਾਜ ਭਾਨਾਨ ਭਾਨ ਹੈ, ਤੇ ਕਿਉਂ ਨਾ ਹੋਵੇ ਗੁਰੂ ਵਾਸਤੇ ਵੀ ਇਸ ਤਰ੍ਹਾਂ ਦੀ ਚਾਂਦਨੀ ਬਣਾਈ ਜਾਵੇ। ਕਾਰੀਗਰਾਂ ਨੂੰ ਕਹਿਣ ਲੱਗਾ ਜਿੰਨੇ ਪੈਸੇ ਇਸ ਚਾਂਦਨੀ ਤੇ ਔਰੰਗਜ਼ੇਬ ਦੀ ਦੇ ਲੱਗੇ ਨੇ, ਡਬਲ ਪੈਸੇ ਲਾ ਕੇ ਮੇਰੇ ਵਾਸਤੇ ਵੀ ਚਾਂਦਨੀ ਤਿਆਰ ਕਰੋ। ਜੇ 1.25 ਲੱਖ ਲੱਗਾ ਤੇ ਮੇਰੇ ਗੁਰੂ ਦੀ ਚਾਂਦਨੀ ਦੇ ਉੱਪਰ 2.5 ਲੱਖ ਰੁਪਈਆ ਲੱਗਣਾ ਚਾਹੀਦਾ। ਮੈਂ ਪੈਸਿਆਂ ਦਾ ਪ੍ਰਬੰਧ ਕਰਾਂਗਾ। ਆਪਣੇ ਕੋਲੋਂ ਵੀ ਪੈਸੇ ਦਿੱਤੇ ਤੇ ਇਲਾਕੇ ਦੀਆਂ ਸੰਗਤਾਂ ਵਿੱਚ ਵੀ ਢੰਡੋਰਾ ਪਿੱਟਿਆ। ਕਹਿ ਲਈਏ ਵੀ ਲੋਕਾਂ ਨੂੰ ਸੁਨੇਹ ਪਹੁੰਚਾਏ ਘਰਾਂ ਘਰਾਂ ਵਿੱਚ, ਸੰਗਤ ਜੀ ਜਿਹੜਾ ਤੁਸੀਂ ਦਸਵੰਧ ਅਨੰਦਪੁਰ ਸਾਹਿਬ ਲੈ ਕੇ ਜਾਣਾ, ਉਹ ਦਸਵੰਧ ਮੇਰੇ ਕੋਲ ਲੈ ਕੇ ਆਓ। ਆਪਾਂ ਮਹਾਰਾਜ ਦੇ ਵਾਸਤੇ ਇਸ ਤਰ੍ਹਾਂ ਦਾ ਤੋਹਫਾ ਤਿਆਰ ਕਰੀਏ ਬੜਾ ਸੁੰਦਰ, ਜਿਸ ਨੂੰ ਵੇਖ ਕੇ ਮਹਾਰਾਜ ਖੁਸ਼ ਹੋ ਜਾ। ਇਸ ਤਰ੍ਹਾਂ ਉਸ ਸਿੱਖ ਨੇ 2.5 ਲੱਖ ਰੁਪਈਆ ਖਰਚ ਕੇ ਸੋਹਣੀ ਚਾਂਦਨੀ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਬਣਵਾਈ। ਇਤਿਹਾਸਕਾਰ ਕਹਿੰਦੇ ਨੇ ਵੀ ਸੋਨੇ ਦੀਆਂ ਤਾਰਾਂ ਦੇ ਫੁੱਲ ਉਹਦੇ ਉੱਪਰ ਬਣੇ ਸਨ ਤੇ ਬੜਾ ਸੋਹਣਾ ਰੇਸ਼ਮ ਦਾ ਕੱਪੜਾ ਲੈ ਕੇ ਰੇਸ਼ਮ ਦੀਆਂ ਤੰਦਾਂ ਦੇ ਨਾਲ ਉਸ ਨੂੰ ਸੀਤਾ ਗਿਆ, ਬਣਾਇਆ ਗਿਆ। ਜੇ ਕਿਤੇ ਹਨੇਰੇ ਵਿੱਚ ਵੀ ਉਹ ਚਾਂਦਨੀ ਲੱਗਦੀ ਹੈ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਪ੍ਰਕਾਸ਼ ਹੋ ਰਿਹਾ ਹੈ, ਇੰਨੀ ਉਹਦੀ ਚਮਕ ਹੈ। ਉਹ ਸਿੱਖ ਵੀ ਲੈ ਕੇ ਮਹਾਰਾਜ ਦੇ ਕੋਲ ਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ। ਇੱਧਰੋਂ ਰਾਜੇ ਮਿਲਣ ਵਾਸਤੇ ਆਏ, ਭੀਮ ਚੰਦ ਰਾਜਾ ਮਿਲਣ ਵਾਸਤੇ ਆਇਆ, ਕੁਝ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਰਾਜੇ ਵਿੱਚ ਬੜੀ ਹਉਮੈ ਹੈ ਕਿ ਮੈਂ ਰਾਜਾ, ਮੇਰੇ ਕੋਲ ਧਨ ਬਹੁਤ ਹੈ, ਮੇਰੇ ਕੋਲ ਰਾਜ ਬਹੁਤ ਵੱਡਾ ਹੈ, ਮੇਰੇ ਕੋਲ ਫੌਜ ਹੈ। ਗੁਰੂ ਗੋਬਿੰਦ ਸਿੰਘ ਤੇ ਇੱਕ ਫਕੀਰ ਨੇ ਤੇ ਫਕੀਰਾਂ ਦੀ ਗੱਦੀ ਹੈ, ਇਹਨਾਂ ਕੋਲ ਕੀ ਹੈ? ਤੇ ਮਹਾਰਾਜ ਨੇ ਇਹਦਾ ਭਰਮ ਤੋੜਨ ਵਾਸਤੇ ਸਿੱਖਾਂ ਨੂੰ ਇਸ਼ਾਰਾ ਕੀਤਾ ਵੀ ਬਾਹਰ ਖੁੱਲ੍ਹੇ ਪੰਡਾਲ ਦੇ ਵਿੱਚ ਉਹ ਚਾਂਦਨੀ ਲਾਓ। ਚਾਂਦਨੀ ਲਗਾਈ ਗਈ। ਮਹਾਰਾਜ ਬੈਠੇ। ਜਦੋਂ ਰਾਜਾ ਦਰਸ਼ਨ ਕਰਨ ਵਾਸਤੇ ਗਿਆ ਨਾ, ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਰਾਜਾ ਚਾਂਦਨੀ ਨੂੰ ਬਾਹਰੋਂ ਘੁੰਮ ਘੁੰਮ ਕੇ ਵੇਖਦਾ ਵੀ ਐਸੀ ਚਾਂਦਨੀ ਮੈਂ ਤੇ ਕਦੇ ਜ਼ਿੰਦਗੀ 'ਚ ਨਹੀਂ ਵੇਖੀ ਹੈ। ਪਹਿਲਾਂ ਤੇ ਬਾਹਰੋਂ ਉਹਦੇ ਕਲਸ ਵੇਖਦਾ ਰਿਹਾ ਵੀ ਕਿਸ ਤਰ੍ਹਾਂ ਦੇ ਕਲਸ ਉੱਪਰ ਸੁੰਦਰ ਬਣੇ ਨੇ, ਕਿਸ ਤਰ੍ਹਾਂ ਦੀ ਬਣਾਵਟ ਹੈ। ਫਿਰ ਚਾਂਦਨੀ ਦੇ ਅੰਦਰ ਜਾ ਕੇ ਮੂੰਹ ਤਾਂ ਨੂੰ ਚੁੱਕ ਕੇ ਵੇਖਦਾ ਵੀ ਇਹਦੇ ਇੰਨੀ ਸੁੰਦਰ ਕਢਾਈ, ਐਸਾ ਸੁੰਦਰ ਇਹ ਚਾਂਦਨੀ ਬਣੀ ਹੈ। ਇਸ ਤਰ੍ਹਾਂ ਦੀ ਚਾਂਦਨੀ ਤਾਂ ਔਰੰਗਜ਼ੇਬ ਦੇ ਕੋਲ ਨਹੀਂ ਹੈ, ਜਿਸ ਤਰ੍ਹਾਂ ਦੀ ਚਾਂਦਨੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਬਣ ਕੇ ਆਈ ਹੈ। ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੇ ਇਸ ਨੂੰ ਹੋਰ ਹੈਰਾਨ ਕਰਦਿਆਂ ਹੋਇਆਂ ਸਤਿਗੁਰਾਂ ਨੇ ਉਹ ਪੰਚਕਲਾ ਸ਼ਸਤਰ ਮੰਗਾ ਲਿਆ। ਕਹਿਣ ਲੱਗੇ ਰਾਜਨ ਆ ਵੇਖੋ ਸ਼ਸਤਰ ਹੈ, ਇਹਦਾ ਇੱਕ ਬਟਨ ਦੱਬੀਏ ਤਲਵਾਰ ਬਣ ਜਾਂਦਾ, ਦੂਜਾ ਬਟਨ ਦੱਬ ਦਈਏ ਤੇ ਇਹ ਪਿਸਤੌਲ ਬਣ ਜਾਂਦਾ, ਪਿਸਤੌਲ ਦਾ ਕੰਮ ਵੀ ਕਰਦਾ, ਤੀਜਾ ਬਟਨ ਦੱਬੀਏ ਤੇ ਕਟਾਰ ਬਣ ਜਾਂਦਾ। ਇਸ ਤਰ੍ਹਾਂ ਮਹਾਰਾਜ ਨੇ ਉਹਦੇ 5 ਰੂਪ ਇੱਕ ਸ਼ਸਤਰ ਦੇ ਵਿਖਾਏ। ਰਾਜਾ ਹੋਰ ਹੈਰਾਨ ਹੋ ਗਿਆ ਵੀ ਇਸ ਤਰ੍ਹਾਂ ਦਾ ਸ਼ਸਤਰ ਤੇ ਕਦੇ ਮੈਂ ਜ਼ਿੰਦਗੀ 'ਚ ਸੁਣਿਆ ਨਹੀਂ, ਵੇਖਣਾ ਤੇ ਦੂਰ ਦੀ ਗੱਲ ਹੈ। ਇੰਨੇ ਚਿਰ ਨੂੰ ਪ੍ਰਸਾਦੀ ਹਾਥੀ ਮਹਾਰਾਜ ਸਾਹਿਬ ਜੀਆਂ ਦਾ ਜੋੜਾ ਚੁੱਕ ਕੇ ਸਤਿਗੁਰਾਂ ਦੇ ਚਰਨਾਂ ਦੇ ਕੋਲ ਲੈ ਆਇਆ ਤੇ ਸਤਿਗੁਰਾਂ ਦੇ ਚਰਨਾਂ ਨੂੰ ਸਾਫ਼ ਕਰਦਾ, ਕਦੇ ਤੌਲੀਏ ਦੇ ਨਾਲ, ਕਦੇ ਆਪਣੀ ਸੁੰਡ ਦੇ ਵਿੱਚ ਚੌਰ ਲੈ ਕੇ ਤੇ ਮਹਾਰਾਜ ਜੀਆਂ ਦੇ ਸੀਸ ਦੇ ਉੱਪਰ ਚੌਰ ਕਰਦਾ, ਨਿੱਕੇ ਨਿੱਕੇ ਕੌਤਕ ਕਰਦਾ, ਭੱਜਾ ਫਿਰਦਾ ਹੈ। ਰਾਜਾ ਬੜਾ ਹੈਰਾਨ ਹੈ ਕਿ ਮਹਾਰਾਜ ਸਾਹਿਬ ਜੀਆਂ ਨੇ ਐਸੀਆਂ ਵੰਨਗੀਆਂ ਆਪਣੇ ਕੋਲ ਰੱਖੀਆਂ, ਐਸੀਆਂ ਚੀਜ਼ਾਂ ਜਿਹੜੀਆਂ ਕਿਸੇ ਰਾਜੇ ਮਹਾਰਾਜੇ ਕੋਲ ਵੀ ਨਹੀਂ ਹੋ ਸਕਦੀਆਂ। ਸਭ ਕੁਝ ਵੇਖ ਕੇ ਮਨ ਬੇਈਮਾਨ ਹੋ ਗਿਆ, ਕਿਉਂਕਿ ਕਪਟੀ ਹੈ, ਛਲੀਆ ਹੈ। ਚਲਾ ਗਿਆ ਵਾਪਸ ਚੁੱਪ ਕਰਕੇ, ਜਾ ਕੇ ਸੁਨੇਹਾ ਭੇਜਿਆ ਮਹਾਰਾਜ ਪੁੱਤਰ ਦਾ ਵਿਆਹ ਰੱਖਿਆ, ਇੱਕ ਤੇ ਆਪ ਜੀ ਆਓ ਮੇਰੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਵੋ, ਤੁਹਾਡੇ ਨਾਲ ਮੇਰੀ ਸ਼ੋਭਾ ਵਧੇਗੀ। ਦੂਜਾ ਬਚਨ ਇਹ ਹੈ ਵੀ ਮਹਾਰਾਜ ਜਿਹੜੀ ਚਾਂਦਨੀ ਤੁਹਾਡੇ ਸੀਸ 'ਤੇ ਲੱਗੀ ਸੀ ਨਾ, ਉਹ ਮੈਨੂੰ ਦੇ ਦਿਓ, ਮੈਂ ਬਾਕੀ ਰਾਜਿਆਂ ਦੇ ਵਿੱਚ ਚਾਂਦਨੀ ਲਾ ਕੇ ਬੈਠਾਂਗਾ, ਮੇਰੀ ਟੌਰ ਬਣ ਜਾਏਗੀ, ਮੇਰਾ ਪ੍ਰਭਾਵ ਬਣੇਗਾ ਵੀ ਭੀਮ ਚੰਦ ਕੋਲ ਕਿੱਡੀ ਸੋਹਣੀ ਚਾਂਦਨੀ। ਗੁਰਮੁਖੋ ਮੰਗਵੀ ਚੀਜ਼ ਦਾ ਕਾਹਦਾ ਮਾਣ ਹੁੰਦਾ, ਪਰ ਮੂਰਖ ਰਾਜਾ ਮੰਗਵੀ ਚੀਜ਼ ਉੱਪਰ ਮਾਣ ਕਰਦਾ ਪਿਆ।
ਦੂਜਾ ਬਚਨ ਇਹ ਹੈ, ਜਿਹੜਾ ਤੁਹਾਡੇ ਕੋਲ ਸ਼ਸਤਰ ਹੈ ਉਹ 5 ਰੂਪ ਵਿਖਾਉਣ ਵਾਲਾ ਵੱਖਰੇ ਵੱਖਰੇ, ਉਹ ਸ਼ਸਤਰ ਵੀ ਮੈਨੂੰ ਦੇ ਦਿਓ, ਮੈਂ ਰਾਜਿਆਂ ਨੂੰ ਵਿਖਾਵਾਂਗਾ ਵੀ ਆਹ ਵੇਖੋ ਮੇਰੇ ਕੋਲ ਬਾ ਕਮਾਲ ਸ਼ਸਤਰ ਹੈ। ਤੇ ਮਹਾਰਾਜ ਹਾਥੀ ਵੀ ਮੈਨੂੰ ਦੇ ਦਿਓ, ਹਾਥੀ ਮੇਰੇ ਪੈਰਾਂ 'ਚ ਜੋੜਾ ਪਾਇਆ ਕਰੇਗਾ, ਕਦੇ ਜਲ ਵਰਤਾਇਆ ਕਰੇਗਾ, ਤੇ ਮੈਂ ਆਖਾਂਗਾ ਵੀ ਹਾਥੀ ਬੜਾ ਕੀਮਤੀ ਮੈਂ ਲੈ ਕੇ ਆਇਆ, ਮੇਰਾ ਪ੍ਰਭਾਵ ਬਣ ਜਾਏਗਾ, ਟੌਰ ਬਣ ਜਾਏਗੀ। ਇਹ ਚਿੱਠੀ ਮਹਾਰਾਜ ਦੇ ਵੱਲ ਤੋਰੀ ਹੈ। ਆਪਣੇ ਵਜ਼ੀਰਾਂ ਨੂੰ ਆਖਦਾ ਹੈ ਵਿਆਹ ਦਾ ਤੇ ਇੱਕ ਬਹਾਨਾ ਹੈ, ਮਹਾਰਾਜ ਮੈਨੂੰ ਦੇ ਦੇਣ ਸਹੀ ਇੱਕ ਵਾਰੀ ਹਾਥੀ, ਉਹ ਚਾਨਣੀ ਤੇ ਉਹ ਸ਼ਸਤਰ, ਮੈਂ ਵਾਪਸ ਨਹੀਂ ਕਰਾਂਗਾ। ਮਹਾਰਾਜ ਕਿਹੜਾ ਮੇਰੇ ਤੋਂ ਖੋਹ ਸਕਦੇ, ਨਹੀਂ ਲੈ ਕੇ ਜਾ ਸਕਦੇ। ਚਿੱਠੀ ਮਹਾਰਾਜ ਦੇ ਕੋਲ ਪਹੁੰਚੀ, ਸਤਿਗੁਰੂ ਜਾਣੀ ਜਾਣ ਪਾਤਸ਼ਾਹ ਨੇ ਜਵਾਬ ਦਿੱਤਾ ਵੀ ਭੀਮ ਚੰਦ ਰਾਜੇ, ਜੇ ਅਸੀਂ ਖੁਦ ਪੈਸੇ ਖਰਚ ਕੇ ਕੋਈ ਚੀਜ਼ ਲਿਆਂਦੀ ਹੁੰਦੀ ਤੇ ਤੈਨੂੰ ਦੇਣ ਤੋਂ ਨਾ ਕਰਦੇ, ਪਰ ਇਹ ਸੰਗਤ ਵੱਲੋਂ ਸਾਨੂੰ ਤੋਹਫਾ ਮਿਲਿਆ ਹੈ, ਸੰਗਤ ਵੱਲੋਂ ਇਹ ਸਾਨੂੰ ਭੇਟ ਮਿਲੀ ਹੈ, ਸੰਗਤ ਦੀ ਭੇਟ ਨੂੰ ਅਸੀਂ ਕਿਸੇ ਨੂੰ ਦੇ ਨਹੀਂ ਸਕਦੇ। ਇਸੇ ਗੱਲ ਦਾ ਬਹਾਨਾ ਬਣ ਗਿਆ, ਮਹਾਰਾਜ ਦੇ ਨਾਲ ਵਿਗੜ ਗਿਆ, ਮੈਂ ਤੁਹਾਨੂੰ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਮੇਰਾ ਰਾਜ ਹੈ, ਮੇਰੀ ਫੌਜ ਹੈ। ਤੇ ਸਤਿਗੁਰਾਂ ਨੇ ਜਵਾਬ ਭੇਜਿਆ ਵੀ ਜੋ ਤੂੰ ਕਰਨਾ ਹੈ ਨਾ, ਜੋ ਕਰ ਸਕਦਾ ਉਹ ਤੂੰ ਕਰ ਲਾ, ਪਰ ਤੈਨੂੰ ਦੇਵਾਂਗੇ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੇਦਨੀ ਪ੍ਰਕਾਸ਼ ਦੇ ਰਾਜੇ ਨੇ ਬੇਨਤੀ ਕੀਤੀ, ਨਾਹਣ ਦਿਨ ਮਹਾਰਾਜ ਮੇਰੇ ਕੋਲ ਆ ਜਾਓ। ਸਤਿਗੁਰੂ ਚਲੇ ਗਏ। ਪੌਂਟਾ ਸਾਹਿਬ ਦਾ ਸਥਾਨ ਹੈ ਨਾ, ਮਹਾਰਾਜ ਸੈਰ ਕਰਦਿਆਂ ਉੱਥੇ ਪਹੁੰਚੇ ਤੇ ਸਤਿਗੁਰਾਂ ਨੇ ਉਹ ਸਥਾਨ ਬਣਾ ਕੇ ਉੱਥੇ ਮਹਾਰਾਜ ਟਿਕ ਗਏ। ਹੁਣ ਭੀਮ ਚੰਦ ਰਾਜਾ ਧਮਕੀਆਂ ਤੇ ਪਹਿਲਾਂ ਬੜੀਆਂ ਦੇ ਬੈਠਾ ਵੀ ਮਹਾਰਾਜ ਮੈਂ ਤੁਹਾਨੂੰ ਇਸ ਤਰ੍ਹਾਂ ਕਰ ਦਿਆਂਗਾ, ਤੁਹਾਡੇ ਨਾਲ ਇਹ ਕਰਾਂਗਾ। ਸਤਿਗੁਰੂ ਬੈਠੇ ਹੋਏ, ਮਹਾਰਾਜ ਜਾਣਦੇ ਸਨ ਵੀ ਜੰਗ ਦਾ ਸਮਾਂ ਹੁਣ ਬਣਨ ਵਾਲਾ ਹੈ। ਮਹਾਰਾਜ ਨੇ ਤਿਆਰੀ ਕਰ ਲਈ, ਛੋਟਾ ਜਿਹਾ ਕਿਲ੍ਹਾ ਵੀ ਪੌਂਟਾ ਸਾਹਿਬ ਦੇ ਵਿੱਚ ਬਣਾਇਆ, ਸਿੱਖਾਂ ਨੂੰ ਵੀ ਸ਼ਸਤਰਧਾਰੀ ਮਹਾਰਾਜ ਨੇ ਕੀਤਾ। ਹੁਣ ਭੀਮ ਚੰਦ ਰਾਜਾ ਆਪਣੇ ਪੁੱਤਰ ਦੀ ਬਰਾਤ ਲੈ ਕੇ, ਇਹ ਵੀ ਉਸੇ ਰਸਤਿਓਂ ਲੰਘ ਕੇ ਸ਼੍ਰੀਨਗਰ ਜਾਣਾ ਚਾਹੁੰਦਾ। ਤੇ ਜਦੋਂ ਵੇਖਿਆ ਨਾ ਮਹਾਰਾਜ ਸਾਹਿਬ ਜੀ ਦਾ ਅੱਗੇ ਵੀ ਮਹਾਰਾਜ ਤੇ ਪੜਾਅ ਕਰਕੇ ਬੈਠੇ, ਗੋਦਾਵਰੀ ਉਹ ਨਦੀ ਦੇ ਕੰਢੇ, ਜਮਨਾ ਨਦੀ ਦੇ ਕੰਢੇ ਮਹਾਰਾਜ ਬੈਠੇ, ਤੇ ਰੁਕ ਗਿਆ। ਸੁਨੇਹਾ ਭੇਜਿਆ, ਮਹਾਰਾਜ ਜੀ ਮੇਰੇ ਪੁੱਤਰ ਦਾ ਵਿਆਹ ਹੈ, ਪੁੱਤਰ ਤੇ ਸਾਰਿਆਂ ਦੇ ਸਾਂਝੇ ਹੁੰਦੇ ਤੇ ਵਿਆਹ ਕਾਰਜ ਵੀ ਸਾਰਿਆਂ ਦੇ ਸਾਂਝੇ ਹੀ ਹੁੰਦੇ, ਮੇਰੇ ਕੰਮ ਦੇ ਵਿੱਚ ਵਿਘਨ ਨਾ ਪਾਓ। ਮੈਨੂੰ ਤੁਹਾਡੇ ਤੇ ਪਹਿਲਾਂ ਹੀ ਬੜਾ ਗੁੱਸਾ ਹੈ, ਤੇ ਵੇਖਿਓ ਕਿਤੇ ਇਸ ਗੁੱਸੇ ਵਾਲੀ ਅੱਗ ਦੇ ਉੱਪਰ ਘਿਓ ਨਾ ਪਾਇਓ, ਮੇਰਾ ਰਸਤਾ ਨਾ ਰੋਕਿਓ, ਮੈਂ ਤੁਹਾਨੂੰ ਬਰਬਾਦ ਕਰ ਦਿਆਂਗਾ। ਮੈਨੂੰ ਰਸਤਾ ਚਾਹੀਦਾ, ਚੁੱਪ ਕਰਕੇ ਥਾਂ ਛੱਡ ਕੇ ਪਰੇ ਹੋ ਜਾਓ ਤੇ ਮੈਨੂੰ ਲੰਘ ਲੈਣ ਦਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਾਲ ਦਾ ਜਵਾਬ ਇਹ ਭੇਜਿਆ, ਕਹਿਣ ਲੱਗੇ ਰਾਜਨ, ਜੇ ਤੂੰ ਆਖਦਾ ਪੁੱਤਰ ਸਾਂਝੇ ਹੁੰਦੇ ਬਚਨ ਮੰਨ ਲੈਂਦੇ ਆ, ਜੇ ਤੂੰ ਆਖਦਾ ਵੀ ਵਿਆਹ ਦੇ ਕਾਰਜਾਂ ਵਿੱਚ ਖੁਸ਼ੀ ਮਨਾਉਣੀ ਚਾਹੀਦੀ ਹੈ, ਇਹ ਵੀ ਮੰਨ ਲੈਂਦੇ ਹਾਂ, ਪਰ ਜੇ ਤੂੰ ਆਖਦਾ ਨਾ ਰਸਤਾ ਛੱਡ ਕੇ ਪਰੇ ਹੋ ਜਾਈਏ, ਤੇ ਅਸੀਂ ਡਰਦੇ ਨਹੀਂ ਤੇਰੇ ਕੋਲੋਂ ਵੀ ਰਸਤਾ ਛੱਡ ਦਈਏ। ਆਪਣੇ ਪੁੱਤਰ ਨੂੰ ਭੇਜ ਦੇ, ਨਾਲ ਬਰਾਤੀ ਜਿਹੜੇ ਖਾਸ ਨੇ, ਕੋਈ 100-150 ਬੰਦਾ ਜਿਹੜਾ ਨਾਲ ਜਾਣਾ ਉਹ ਵੀ ਭੇਜ ਦੇ, ਅਸੀਂ ਤੇਰੇ ਪੁੱਤਰ ਨੂੰ, ਤੇਰੇ ਬਰਾਤੀਆਂ ਨੂੰ ਕੁਝ ਨਹੀਂ ਕਵਾਂਗੇ, ਰਸਤਾ ਦੇ ਦਿਆਂਗੇ, ਲੰਘ ਜਾਣ ਸਾਡੇ ਕੋਲੋਂ। ਪਰ ਜੇ ਤੂੰ ਆਖੇ ਨਾ ਵੀ ਤੂੰ ਫੌਜ ਲੈ ਕੇ ਇੱਥੋਂ ਲੰਘ ਜਾਵੇਂਗਾ, ਇਹ ਗੱਲ ਭੁੱਲ ਜਾ, ਤੈਨੂੰ ਤੇ ਤੇਰੀ ਫੌਜ ਨੂੰ ਨਹੀਂ ਅਸੀਂ ਲੰਘਣ ਦੇਣਾ। ਜੇ ਜਾਣਾ ਚਾਹਣਾ ਜਾਂ ਤੇ ਰਸਤਾ ਬਦਲ ਦੇ, ਜਾਂ ਫਿਰ ਨੰਗੀ ਤਲਵਾਰ ਕੱਢ ਤੇ ਸਾਡੇ ਸਾਹਮਣੇ ਆ ਜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਜੇ ਤੱਕ ਜੰਗ ਕੀਤਾ ਕੋਈ ਨਹੀਂ ਹੈ, ਤੇ ਭੀਮ ਚੰਦ ਦੇ ਨਾਲ ਕਈ ਰਾਜੇ ਤੇ ਕਈ ਰਾਜਿਆਂ ਦੀ ਫੌਜ ਹੈ, ਪਰ ਸ਼ੇਰ ਦੀ ਦਹਾੜ ਮੂਹਰੇ ਨਾ ਜਿਹੜੇ ਹਿਰਨ ਨੇ ਉਹਨਾਂ ਦਾ ਹੀਆ ਨਹੀਂ ਪੈਂਦਾ, ਉਹਦੇ ਸਾਹਮਣੇ ਬੋਲ ਸਕਣ ਜਾਂ ਉਹਦੇ ਸਾਹਮਣੇ ਕੁਝ ਕਾਰਜ ਕਰ ਸਕਣ। ਭੀਮ ਚੰਦ ਨੂੰ ਮਜਬੂਰ ਹੋਣਾ ਪਿਆ, ਆਪਣੇ ਪੁੱਤਰ ਨੂੰ ਤੇ ਕੁਝ ਬਰਾਤੀਆਂ ਨੂੰ ਆਖਿਆ ਵੀ ਤੁਸੀਂ ਲੰਘ ਜਾਓ। ਮਹਾਰਾਜ ਨੇ ਆਖਿਆ ਵੀ ਅਸੀਂ ਕੁਝ ਨਹੀਂ ਕਵਾਂਗੇ, ਜੋ ਗੁਰੂ ਗੋਬਿੰਦ ਸਿੰਘ ਨੇ ਆਖਿਆ ਇਹ ਬਚਨਾਂ ਦੇ ਪੂਰੇ ਉਤਰਨਗੇ, ਸਾਡੇ ਨਾਲ ਧੋਖਾ ਨਹੀਂ ਕਰਨਗੇ, ਪਰ ਮੈਂ ਇੱਥੋਂ ਲੰਘ ਨਹੀਂ ਸਕਦਾ, ਮਹਾਰਾਜ ਨੇ ਮੈਨੂੰ ਲੰਘਣ ਨਹੀਂ ਦੇਣਾ, ਮੈਂ ਹੋਰ ਕਿਸੇ ਹੋਰ ਰਸਤਿਓਂ ਚੱਲ ਕੇ ਤੇ ਸ਼੍ਰੀਨਗਰ ਪਹੁੰਚਦਾ ਹਾਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਸ਼ਵਾਸ ਹੈ, ਜਿਹੜਾ ਦੁਸ਼ਮਣ ਵੀ ਕਰਦਾ ਪਿਆ। ਤੇ ਇੱਕ ਸਮਾਂ ਉਹ ਆਇਆ ਜਦੋਂ ਭੀਮ ਚੰਦ ਨੇ ਆਟੇ ਦੀ ਗਊ ਬਣਾ ਕੇ ਨਾਲ ਭਾਗਵਤ ਗੀਤਾ ਦੀ ਪੋਥੀ ਰੱਖ ਕੇ ਸਹੁੰ ਖਾ ਕੇ ਆਖਿਆ, ਮਹਾਰਾਜ ਅਨੰਦਪੁਰ ਸਾਹਿਬ ਛੱਡ ਦਿਓ, ਮੈਂ ਹਮਲਾ ਨਹੀਂ ਕਰਾਂਗਾ। ਆਪ ਧਰਮ ਦੀ ਸਹੁੰ ਖਾਣ ਵਾਲਾ ਵੀ ਧਰਮ ਦੇ ਉੱਪਰ ਟਿਕ ਨਹੀਂ ਸਕਿਆ, ਐਡਾ ਕਪਟੀ ਰਾਜਾ ਹੈ, ਐਡਾ ਬੇਈਮਾਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਬਿਨਾਂ ਸਹੁੰ ਤੋਂ ਹੀ ਬਚਨ ਕਰ ਗਿਆ ਵੀ ਲੰਘ ਜਾ, ਅਸੀਂ ਕੁਝ ਨਹੀਂ ਕਵਾਂਗੇ। ਰਾਜੇ ਦਾ ਪੁੱਤਰ ਲੰਘ ਗਿਆ, ਭੀਮ ਚੰਦ ਹੋਰ ਪਾਸਿਓਂ ਆਇਆ, ਵਿਆਹ ਕਾਰਜ ਹੋਏ, ਪੌਂਟਾ ਸਾਹਿਬ ਦਾ ਜੰਗ ਲੜਿਆ।
ਤੇ ਜੰਗ ਦੇ ਵਿੱਚ ਵੀ ਇਹਨੇ ਸ਼ਰਤ ਰੱਖੀ ਸੀ ਆਪਣੇ ਕੁੜਮ ਦੇ ਨਾਲ ਜਾ ਕੇ ਵੀ ਤੇਰੀ ਧੀ ਨੂੰ ਮੈਂ ਤਾਂ ਵਿਆਹ ਕੇ ਲੈ ਕੇ ਜਾਵਾਂਗਾ ਜੇ ਤੂੰ ਗੁਰੂ ਗੋਬਿੰਦ ਸਿੰਘ ਤੇ ਹਮਲਾ ਕਰੇ। ਕੋਪਾ ਤਬ ਹਰੀ ਚੰਦ ਰਾਜਾ ਮਹਾਰਾਜ ਨੇ ਲਿਖਿਆ ਵੀ ਹੈ ਵੀ ਹਰੀ ਚੰਦ ਰਾਜਾ ਸਾਡੇ ਨਾਲ ਲੜ ਪਿਆ ਆ ਕੇ, ਤੇ ਫਿਰ ਅਸੀਂ ਉਹਨੂੰ ਲੋਹੇ ਦੇ ਚਣੇ ਚਬਾਏ ਉੱਥੇ ਬੈਠ ਕੇ ਪੌਂਟਾ ਸਾਹਿਬ ਦੀ ਧਰਤੀ 'ਤੇ। ਇਸ ਤਰ੍ਹਾਂ ਪਹਿਲਾ ਜੰਗ ਇਹਨਾਂ ਰਾਜਿਆਂ ਨਾਲ ਹੋਇਆ। ਫਿਰ ਮਹਾਰਾਜ ਜੀਆਂ ਦੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ 3 ਲੱਖ ਦੀ ਫੌਜ ਸੀ ਪਹਾੜੀ ਰਾਜਿਆਂ ਦੀ। ਅਨੰਦਪੁਰ ਸਾਹਿਬ ਨੂੰ ਘੇਰਨ ਵਾਸਤੇ ਆ ਗਏ। ਕੇਸਰੀ ਚੰਦ ਰਾਜਾ ਇੱਕ ਹਾਥੀ ਲੈ ਕੇ ਆਇਆ, ਸ਼ਰਾਬ ਪਿਲਾ ਕੇ ਉਹਦੀ ਸੁੰਡ ਦੇ ਨਾਲ ਤਲਵਾਰ ਬੰਨ੍ਹ ਕੇ ਮਹਾਰਾਜ ਦੇ ਕਿਲੇ ਢਾਉਣੇ ਨੇ ਔਰ ਮਹਾਰਾਜ ਨੂੰ ਜਾਂ ਕਤਲ ਕਰ ਦੇਣਾ ਜਾਂ ਗ੍ਰਿਫਤਾਰ ਕਰਨਾ। 3 ਲੱਖ ਦੀ ਵੱਡੀ ਫੌਜ ਸਾਰੇ ਪਹਾੜੀ ਰਾਜਿਆਂ ਦੀ। 3 ਲੱਖ ਦੀ ਫੌਜ ਵਿੱਚੋਂ 1,57,000 ਫੌਜ ਸਮੇਤ ਹਾਥੀ ਦੇ ਗੁਰੂ ਕੇ ਖਾਲਸੇ ਨੇ ਮੌਤ ਦੇ ਘਾਟ ਉਤਾਰ ਦਿੱਤੀ। ਇੱਕ 1,57,000 ਦੀ ਫੌਜ ਮਰਵਾ ਕੇ, ਆਪਣਾ ਹਾਥੀ ਮਰਵਾ ਕੇ, ਕੇਸਰੀ ਚੰਦ ਰਾਜਾ ਮਰਵਾ ਕੇ, ਭੀਮ ਚੰਦ ਨੇ ਵੇਖਿਆ ਵੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਨੂੰ ਤੇ ਇਸ ਤਰ੍ਹਾਂ ਨਹੀਂ ਕਾਬੂ ਕੀਤਾ ਜਾ ਸਕਦਾ। ਤੇ ਫਿਰ ਰਾਤ ਨੂੰ ਆਪਣੀ ਫੌਜ ਨੂੰ ਆਖਿਆ ਤੁਸੀਂ ਬੈਠੇ ਰਹੋ ਤੇ ਮੈਂ ਰਾਤ ਨੂੰ ਜਾਵਾਂਗਾ ਵਾਪਸ, ਜਦੋਂ ਮੈਂ ਚਲੇ ਗਿਆ ਫਿਰ ਤੁਸੀਂ ਆਇਓ। ਇੰਨਾ ਡਰ ਹੈ ਵੀ ਕਿਤੇ ਮੇਰੇ ਤੁਰੇ ਜਾਂਦਿਆਂ ਮਗਰੋਂ ਹਮਲਾ ਹੀ ਨਾ ਮਹਾਰਾਜ ਕਰ ਦੇਣ। ਰਾਤੋਂ ਰਾਤ ਆਪਣੇ ਘੋੜੇ ਤੇ ਚੜ੍ਹਿਆ ਤੇ ਵਾਪਸ ਮੁੜਿਆ। ਸਵੇਰੇ ਜਦੋਂ ਇਹਦੀ ਫੌਜ ਤੁਰਨ ਲੱਗੀ ਤੇ ਖਾਲਸੇ ਨੇ ਹਮਲਾ ਕਰ ਦਿੱਤਾ। ਭੱਜੇ ਜਾਂਦਿਆਂ ਦੇ ਸ਼ਸਤਰ ਖੋਲ੍ਹੇ ਤੇ ਭੱਜ ਭੱਜ ਕੇ ਪਹਾੜੀਆਂ ਦੀ ਫੌਜ ਮਸਾਂ ਪਹਾੜ ਚੜ੍ਹੀ। ਸਤਿਗੁਰਾਂ ਨੇ ਸੁਨੇਹਾ ਭੇਜ ਕੇ ਰੋਕਿਆ, ਨਹੀਂ ਖਾਲਸਾ ਜੀ, ਭੱਜਦੇ ਜਾਂਦੇ ਤੇ ਵਾਰ ਨਹੀਂ ਕਰਨਾ ਹੈ। ਇਸ ਤਰ੍ਹਾਂ ਇਹਨਾਂ ਨੇ ਬੇਅੰਤ ਜੰਗ ਲੜੇ, ਪਰ ਬੇਅੰਤ ਜੰਗਾਂ ਵਿੱਚੋਂ ਮਾਰ ਖਾ ਕੇ ਭੱਜੇ ਮਹਾਰਾਜ ਜੀਆਂ ਦਾ ਕੁਝ ਵਿਗਾੜ ਨਹੀਂ ਸਕੇ। ਤੇ ਫਿਰ ਜਦੋਂ ਕਿਸੇ ਪਾਸੇ ਚਾਰਾ ਨਹੀਂ ਨਾ ਰਿਹਾ, ਫਿਰ ਔਰੰਗਜ਼ੇਬ ਨੂੰ ਚਿੱਠੀ ਲਿਖੀ ਹੈ, ਸਾਡੀ ਮਦਦ ਕਰੋ। ਔਰੰਗਜ਼ੇਬ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਭੇਜਿਆ ਕਿ ਜਾਓ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੰਗ ਕਰੋ। ਨਿਰਮੋਹਗੜ੍ਹ ਦੀ ਧਰਤੀ ਹੈ ਅਨੰਦਪੁਰ ਸਾਹਿਬ ਦੇ ਨੇੜੇ, ਇੱਥੇ ਫਿਰ ਵਜ਼ੀਰ ਖਾਨ ਆਇਆ ਫੌਜ ਲੈ ਕੇ, ਵੱਡੀ ਫੌਜ ਲੈ ਕੇ ਆਇਆ। ਨਿਰਮੋਹਗੜ੍ਹ ਦੇ ਸਥਾਨ 'ਤੇ ਫਿਰ ਵਜ਼ੀਰ ਖਾਨ ਨਾਲ ਮਹਾਰਾਜ ਦਾ ਜੰਗ ਹੋਇਆ ਤੇ ਵਜ਼ੀਰ ਖਾਨ ਵੀ ਉਸ ਜੰਗ ਦੇ ਵਿੱਚੋਂ ਮਾਰ ਖਾ ਕੇ ਮਹਾਰਾਜ ਤੋਂ, ਤੇ ਇਹ ਵੀ ਸਰਹੰਦ ਨੂੰ ਭੱਜ ਗਿਆ, ਨਹੀਂ ਅੜ ਸਕਿਆ ਮਹਾਰਾਜ ਦੇ ਸਾਹਮਣੇ। ਇਸ ਤਰ੍ਹਾਂ ਦੀ ਹਾਲਤ ਵਜ਼ੀਰ ਖਾਨ ਦੀ ਹੋਈ। ਵਜ਼ੀਰ ਖਾਨ ਵੀ ਜੰਗ ਦੇ ਵਿੱਚ ਹਾਰਿਆ ਹੈ। ਇਸ ਤਰ੍ਹਾਂ ਇਹ ਸਾਰੇ ਰਾਜੇ ਔਰ ਸੂਬੇਦਾਰ ਮਹਾਰਾਜ ਦੇ ਕੋਲੋਂ ਹਾਰ ਖਾ ਖਾ ਕੇ ਦੌੜਦੇ ਰਹੇ ਤੇ ਮਹਾਰਾਜ ਜੀਆਂ ਦਾ ਇਸ ਤਰ੍ਹਾਂ ਇਹ ਸਮਾਂ ਜਿਹੜਾ ਸੀ ਜੰਗਾਂ ਯੁੱਧਾਂ ਦੇ ਵਿੱਚ ਲੰਘਿਆ। ਤੇ ਫਿਰ ਇਹਨਾਂ ਨੇ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ, ਤੇ ਇਕੱਲਾ ਸਰਹੰਦ ਦਾ ਸੂਬੇਦਾਰ ਨਹੀਂ, ਲਾਹੌਰ ਦਾ ਸੂਬੇਦਾਰ, ਜੰਮੂ ਦਾ ਸੂਬੇਦਾਰ, ਕਾਬਲ ਦਾ ਸੂਬੇਦਾਰ, ਸਾਰਿਆਂ ਨੇ ਇਕੱਠੇ ਹੋ ਕੇ 9 ਲੱਖ ਦੀ ਗਿਣਤੀ ਦੀ ਫੌਜ ਇਕੱਠੀ ਕਰਕੇ ਤੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਤੇ ਘੇਰਾ 8 ਮਹੀਨੇ ਪਾਈ ਰੱਖਿਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਦੋਂ ਘੇਰਾ ਪਿਆ ਨਾ, ਇਤਿਹਾਸਕਾਰ ਕਹਿੰਦੇ ਵੀ 1700 ਸਿੰਘ ਸੀ ਮਹਾਰਾਜ ਦੇ ਨਾਲ ਉਸ ਵੇਲੇ। ਇੱਕ ਪਾਸੇ 9 ਲੱਖ ਦੀ ਫੌਜ ਹੈ, ਵੱਡੇ ਵੱਡੇ ਜਰਨੈਲ ਨੇ, ਬੜੀਆਂ ਬੜੀਆਂ ਜੰਗਾਂ ਜਿੱਤਣ ਵਾਲੇ। ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ, ਜਿਨ੍ਹਾਂ ਵਰਗਾ ਸੂਰਮਾ ਕੋਈ ਹੋ ਨਹੀਂ ਸਕਦਾ। 1700 ਸਿੰਘ ਤੇ ਅਨੰਦਪੁਰ ਸਾਹਿਬ ਨੂੰ ਘੇਰਾ। ਤੇ ਇਹਨਾਂ 8 ਮਹੀਨਿਆਂ ਦੇ ਵਿੱਚ ਮਹਾਰਾਜ ਜੀਆਂ ਦੇ 1000 ਸਿੰਘ ਜਿਹੜੇ ਸਨ ਉਹ ਸ਼ਹੀਦੀ ਪਾ ਗਏ ਸਨ। 8 ਮਹੀਨਿਆਂ ਦੇ ਵਿੱਚ ਭੁੱਖ ਕੱਟਦਿਆਂ, ਇਹਨਾਂ ਦੇ ਨਾਲ ਜੰਗ ਲੜਦਿਆਂ 1000 ਸਿੰਘ 8 ਮਹੀਨਿਆਂ ਵਿੱਚ ਸ਼ਹੀਦ ਹੋਇਆ। ਤੇ ਇਤਿਹਾਸਕਾਰ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਜਦੋਂ ਚੱਲਦਾ ਹੈ ਨਾ, ਤੇ ਇਹਨਾਂ ਨੂੰ ਘੇਰੇ ਆਪਣੇ 3-3 ਮੀਲ ਦੂਰ ਲੈ ਕੇ ਜਾਣੇ ਪਏ ਅਨੰਦਪੁਰ ਸਾਹਿਬ ਤੋਂ। 9 ਲੱਖ ਬੰਦਾ ਹੋਵੇ, ਇੱਕ ਪਾਸੇ 1700 ਦੀ ਗਿਣਤੀ ਦੀ ਫੌਜ ਹੈ, ਤੇ ਫਿਰ ਵੀ 3-3 ਮੀਲ ਅਨੰਦਪੁਰ ਸਾਹਿਬ ਤੋਂ ਦੂਰ ਜਾ ਕੇ ਬੈਠੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਇੱਥੋਂ ਤੱਕ ਆਉਂਦੇ ਨੇ, ਸਾਡੇ ਤੇ ਮਹਾਰਾਜ ਦੇ ਤੀਰਾਂ ਦੀ ਮਾਰ ਨਾ ਹੋਵੇ। ਐਸੀ ਬਹਾਦਰੀ, ਐਸੀ ਦਲੇਰੀ ਔਰ ਐਸਾ ਦਬਦਬਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ, ਜਿਹੜਾ ਇਹਨਾਂ ਨੂੰ ਭੈ ਦੇ ਸਹਿਤ ਕਰਦਾ ਹੈ। ਇਸ ਤਰ੍ਹਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਹੈ,
ਜਿਹੜੀ ਸਾਨੂੰ ਰਾਤ ਹੁਣ ਅੱਗੇ ਪ੍ਰਾਪਤ ਹੋਵੇਗੀ। ਮਹਾਰਾਜ ਸਾਹਿਬ ਜੀ ਇਸ ਰਾਤ ਨੂੰ ਅਨੰਦਪੁਰ ਸਾਹਿਬ ਨੂੰ ਛੱਡਣਗੇ। ਉਹ ਇਤਿਹਾਸ ਅੱਗੇ ਆਪਾਂ ਹਰ ਰੋਜ਼ ਇਸੇ ਤਰ੍ਹਾਂ ਥੋੜ੍ਹਾ ਥੋੜ੍ਹਾ ਸਰਵਣ ਕਰਦੇ ਜਾਵਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮਿਲੋ। ਪ੍ਰੇਮ ਭਗਤ ਕਰੇ ਲਿਵ ਲਾਏ, ਹਉ ਮੈਂ ਮਮਤਾ ਸ਼ਬਦ ਜਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।